X-Force, Cummins ISX, Volvo, Mercedes Sprinter ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ क्विक ट्रक ल्यूब ट्रक सर्विसिंग। वाह भाई वाह, कोई अपॉइंटमेंट नहीं, ड्राइव थ्रू फैसिलिटी यूज करो। 2 लोकेशंस तुसी जानते ही हो, एग्जिट 268 ऑन हाईवे 401 और एग्जिट 5 ऑन QEW। क्विक ट्रक ल्यूब, खुश होके परतोगे। मान लो 519 622 0660 519 622 0660 QTL, because we care। Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ड्रीमलाइनर एक्सप्रेस कंपनी, कैलगरी अल्बर्टा, कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 85560 02071। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661 885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰੋ। ਨੰਬਰ ਹੈ ਜੀ ਸਰਦਾਰ ਬਲਤੇਜ ਸਿੰਘ ਬਨੇਸਰ ਹੋਰਾਂ ਦਾ 204 459 2000 204 459 2000। ਇਹਨਾਂ ਦਾ ਕਾਲ ਟਰੱਕ ਐਂਡ ਟ੍ਰੇਲਰ ਹੁਣ ਨਵੀਂ ਲੋਕੇਸ਼ਨ 'ਤੇ ਚਲਾ ਗਿਆ ਜੀ, ਵਿਨੀਪੈਗ ਮੈਨੀਟੋਬਾ 'ਚ 82 ਰੇਨਮ ਡਰਾਈਵ, ਫਾਰਮਰ ਰੋਡ 'ਤੇ। ਇੱਥੇ ਤੁਹਾਨੂੰ ਹੁਣ ਸੈਮੀਲੀ ਵਾਸ਼, ਕੁਇਕ ਟਰੱਕ ਲੀਵ ਦੇ ਨਾਲ ਨਾਲ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੋਏਗੀ। ਅਤੇ ਪਹਿਲਾਂ ਇਹ ਵਿੰਡ ਸਕਰੀਨ ਚੇਂਜ, ਸੈਮੀ
ਤੇ ਟ੍ਰੇਲਰ ਦੇ तमाम ਕੰਮ ਕਰਦੇ ਸੀ, ਇੰਜਨ ਰੀਬਿਲਟ, ਟਰਾਂਸਮਿਸ਼ਨ, ਗੇਅਰ, DOT ਸੇਫਟੀ ਵਗੈਰਾ। ਸੋ 2044592000 ਤੇ ਕਾਲ ਕਰ ਸਕਦੇ ਹੋ। ਦੂਰ ਦਰਾਡੇ ਨਹੀਂ ਜਾਣਾ, ਬੱਚਿਆਂ ਨਾਲ ਸਮਾਂ ਵੱਧ ਬਤੀਤ ਕਰਨਾ, ਘਰੇ ਹੋਰ ਕੰਮਕਾਜ ਵੀ ਕਰਨੇ ਨੇ, ਤਾਂ ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ, ਜਿਹੜੀ ਸਿਰਫ ਸੋਟਲ ਏਰੀਆ ਦੇ ਵਿੱਚ ਲੋਕਲ ਜੌਬ ਦਿੰਦੀ ਹੈ ਜੀ। ਡਿਸਪੈਚ ਤੁਹਾਡੀ ਸਹੂਲਤ ਲਈ ਪੰਜਾਬੀ 'ਚ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ, ਜੇ ਆਪਾਂ ਗੱਲ ਕਰੀਏ ਗੁਰੂ ਘਰ ਵੀ ਹੋਇਆ ਤੇ ਸਮਾਗਮ ਦੇ ਵਿੱਚ ਵੀ ਹੋਇਆ, ਨਾਲ ਦੀ ਨਾਲ ਉਹ ਦਲਿਤ ਰਾਜਨੀਤੀ ਵਾਲਾ ਪੱਤਾ ਵੀ ਖੇਡ ਰਹੇ ਨੇ। ਕੀ ਇਹਨਾਂ ਦੀ ਦਲਿਤ ਰਾਜਨੀਤੀ ਦੇ ਅਸਲ ਮਕਸਦ ਕੀ ਹੈ, ਰਾਜ ਕੀ ਹੈ? ਦੇਖੋ ਦਾਨੇਲੀਆ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਗੁਰੂ ਘਰ ਦੇ ਵਿੱਚ ਵੀ ਵਿਰੋਧ ਹੋਇਆ ਤੇ ਵਿਰੋਧ ਜਲੰਧਰ ਦੇ ਸਮਾਗਮ 'ਚ ਵੀ ਹੋਇਆ, ਇਹਨੂੰ ਥੋੜ੍ਹਾ ਜਿਹਾ ਦੇਖਣਾ ਪੈਣਾ ਵੀ ਇਹ ਵਿਰੋਧ ਕਿਉਂ ਹੋਇਆ ਜੀ। ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕਦੇ ਵੀ ਜੀ, ਖਾਸ ਕਰਕੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਜਿੰਦਾਬਾਦ ਦੇ ਨਾਰੇ ਲੱਗਦੇ ਤਾਂ ਸੁਣੇ, ਪਰ ਮੁਰਦਾਬਾਦ ਦੇ ਨਾਰੇ, ਬੋਲੇ ਸੋ ਨਿਹਾਲ ਦੇ ਨਾਰੇ ਲੱਗਦੇ ਜਿਹੜੇ ਹੈਗੇ ਜੈਕਾਰੇ ਆ ਸਾਡੇ, ਉਹ ਸੁਣੇ। ਪਰ ਮੁਰਦਾਬਾਦ ਦੇ ਨਾਰੇ ਲੱਗੇ ਹੋਣ, ਇਹ ਪਹਿਲੀ ਵਾਰ ਹੈ ਤੇ ਇਹਦੇ ਨਾਲ ਮਨ ਨੂੰ ਠੇਸ ਵੀ ਬੜੀ ਪਹੁੰਚੀ ਜੀ। ਤਖਤ ਸਾਹਿਬਾਨ ਤੋਂ ਕਿਸੇ ਦੀ ਮੁਰਦਾਬਾਦ ਦੇ ਨਾਰੇ ਲੱਗਣੇ ਠੀਕ ਨਹੀਂ। ਬੰਦੇ ਦੇ ਨਾਲ ਤੁਹਾਡੇ ਕਿੰਨੇ ਹੀ ਮਤਭੇਦ ਹੋਣ ਜੀ, ਬੰਦਾ ਕਿੰਨਾ ਵੀ ਨਕੰਮਾ ਕਿਉਂ ਨਾ ਹੋਵੇ, ਉਹਨੇ ਕਿੰਨਾ ਵੀ ਕੋਈ ਮਾੜਾ ਕੰਮ ਕਿਉਂ ਨਾ ਕੀਤਾ ਹੋਵੇ, ਲੇਕਿਨ ਜਦੋਂ ਉਹ ਨਤਮਸਤਕ ਹੋਣ ਵਾਸਤੇ ਆਉਂਦੇ ਹੈ ਜੀ, ਉਦੋਂ ਉਹਦਾ ਜਿਹੜਾ ਹੈਗਾ ਇਸ ਤਰ੍ਹਾਂ ਵਿਰੋਧ ਨਹੀਂ ਕਰਨਾ ਚਾਹੀਦਾ। ਇਹ ਸਾਡਾ ਜਿਹੜਾ ਧਰਮ ਹੈ ਸਾਨੂੰ ਇਹ ਸਿਖਾਉਂਦਾ ਕਿਉਂਕਿ ਗੁਰੂ ਨੇ ਵੀ ਕਿਹਾ ਸੀਗਾ ਕਿ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ। ਵੱਡਾ ਦੱਸਿਆ ਸੰਗਤ ਨੂੰ ਵੱਡਾ ਦੱਸਿਆ। ਉੱਥੇ ਬੰਦਾ ਨਿਮਰ ਹੋ ਕੇ ਆਉਂਦਾ ਹੈ। ਸਰਦਾਰ ਸੁਖਬੀਰ ਸਿੰਘ ਉੱਥੇ ਗਏ ਹੈ, ਨਾਲ ਉਹਨਾਂ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਹੈ ਜੀ। ਇਸ ਹਾਲਤ ਵਿੱਚ ਨਹੀਂ ਸੀ ਚਾਹੀਦਾ, ਪਰ ਫੇਰ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਉਹ ਮੱਥਾ ਟੇਕ ਕੇ ਵਾਪਸ ਮੁੜਦੇ ਹੈ, ਉਸ ਵੇਲੇ ਨਾਰੇ ਹੋਏ ਤੇ ਇਹ ਨਾਰਿਆਂ ਦੇ ਲੱਗਣ ਦਾ ਇਮੀਡੀਏਟ ਕਾਰਨ ਕੀ ਹੈ? ਅਕਸਰ ਜੇ ਲੋਕਾਂ ਨੇ ਨਾਰੇ ਲਾਏ ਹੈ ਜੀ, ਕਿਉਂ ਲਾਏ ਹੈ, ਉਹਦੇ ਕਾਰਨ ਨੂੰ ਲੱਭਣਾ ਪੈਣਾ ਜੀ। ਤੇ ਜਦੋਂ ਫਿਰ ਅਸੀਂ ਕਾਰਨ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ, ਉਹਦੇ ਵਿੱਚ ਜਿਹੜੀ ਬਚਪਨਾ ਦਿਖਾਇਆ ਅਕਾਲੀ ਦਲ ਨੇ ਜੀ, ਉਹਦਾ ਮੈਂ ਵੱਡਾ ਕਾਰਨ ਉਹ ਸਮਝਦਾ। ਦੇਖੋ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਜੀ ਜਿਹੜੀ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਨ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਆ ਉਹਨੂੰ ਰੱਦ ਕਰਤਾ, ਜਿਹੜੇ ਚਲਾਨ ਪੇਸ਼ ਕੀਤੇ ਉਹਨੂੰ ਰੱਦ ਕਰਤਾ। ਇਹ ਗੱਲ ਕਹਿ ਦਿੱਤੀ ਕਿ ਨਵੀਂ SIT ਬਣਾਓ ਜੀ, ਔਰ ਨਵੀਂ SIT ਦੇ ਵਿੱਚ ਕੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣਾ ਚਾਹੀਦਾ। ਕੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਅਕਾਲੀ ਦਲ ਵਾਲਿਆਂ ਨੂੰ ਰੰਝ ਹੈ, ਔਰ ਇਹ ਰੰਝ ਜਿਹੜਾ ਹੈਗਾ ਪਹਿਲੀ ਵਾਰ ਨਹੀਂ ਆਇਆ, 2019 ਦੀਆਂ ਲੋਕ ਸਭਾ ਚੋਣਾਂ ਵੇਲੇ ਵੀ ਉਦੋਂ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਉਹਦੀ ਕੰਪਲੇਂਟ ਕੀਤੀ ਸੀ ਤੇ ਉਸ ਬੰਦੇ ਦੀ SIT ਚੋਂ ਉਹਨੂੰ ਲਾਂਭੇ ਕਰਵਾਤਾ ਸੀ। ਹਾਲਾਂਕਿ ਇਹਦਾ ਲਾ ਐਂਡ ਆਰਡਰ ਨਾਲ ਸੰਬੰਧ ਕੋਈ ਨਹੀਂ ਸੀ, ਅਮਨ ਕਾਨੂੰਨ ਨਾਲ ਕੋਈ ਸੰਬੰਧ ਨਹੀਂ ਸੀ, ਉਹਦੀ ਚੋਣ ਡਿਊਟੀ ਬਿਲਕੁਲ ਨਹੀਂ ਸੀ, ਇੱਕ ਵੱਖਰਾ ਮੁੱਦਾ ਸੀ ਕਿ ਅਪਰਾਧ ਹੋਇਆ, ਉਹ ਅਪਰਾਧ ਦੀ ਜਾਂਚ ਕਰ ਰਿਹਾ ਸੀ, ਉਦੋਂ ਵੀ ਉਹਨੂੰ ਲਾਂਭੇ ਕਰਵਾਇਆ। ਇਹ ਗੱਲ ਉਦੋਂ ਵੀ ਚੰਗੀ ਨਹੀਂ ਸੀ ਸਮਝੀ ਗਈ। ਉਦੋਂ ਵੀ ਕੁਝ ਲੋਕਾਂ ਨੇ ਸਮਝਿਆ ਸੀ ਕਿ ਕਿਹੜੇ ਪਾਸੇ ਨੂੰ ਚਲਾ ਗਿਆ ਅਕਾਲੀ ਦਲ। ਅਕਾਲੀ ਦਲ ਜਾਂਚ ਨੂੰ ਹੀ ਭਟਕਾਉਣਾ ਚਾਹੁੰਦਾ, ਇਹ ਗੱਲ ਠੀਕ ਨਹੀਂ। ਹੁਣ ਜਦੋਂ ਇੱਕ ਖਬਰ ਆ ਗਈ ਕਿ ਆਹ ਕੁਛ ਹੋ ਗਿਆ, ਤਾਂ ਫਿਰ ਅਕਾਲੀ ਦਲ ਨੇ ਜਿਹੜਾ ਖੁਸ਼ੀ ਮਨਾਈ। ਆਪਾਂ ਇਤਿਹਾਸ ਦੇ ਵਿੱਚ ਦੇਖਿਆ ਕਿ ਜਦੋਂ ਕੋਈ ਬੰਦਾ ਖੁਨਾਮੀ ਕਰਦਾ, ਗਲਤੀ ਕਰਦਾ ਜੀ, ਉਹਨੂੰ ਜਿਹੜਾ ਸਜ਼ਾ ਮਿਲਦੀ ਹੈ। ਔਰ ਜਦੋਂ ਸਜ਼ਾ ਦੀ ਗੱਲ ਕਰਦੇ ਹਾਂ ਤਾਂ ਮੇਰੇ ਖਿਆਲ ਮੁਤਾਬਕ ਜਿਹੜਾ ਸਾਡੇ ਸਮਿਆਂ ਦੇ ਵਿੱਚ ਸਭ ਤੋਂ ਵੱਡਾ ਵੱਜਰ ਅਪਰਾਧ ਹੋਇਆ, ਉਹ ਜਦੋਂ ਦਰਬਾਰ ਸਾਹਿਬ ਦੇ ਉੱਤੇ ਫੌਜ ਚੜੀ ਸੀ, ਉਹ ਸੀ। ਉਦੋਂ ਵੱਡਾ ਵੱਜਰ ਅਪਰਾਧ ਨਹੀਂ ਹੋਇਆ। ਇਹ ਠੀਕ ਹੈ ਕਿ ਉਹ ਸਾਡੀਆਂ ਬਿਲਡਿੰਗਾਂ, ਸਾਡੀਆਂ ਇਮਾਰਤਾਂ ਸੀ, ਲੇਕਿਨ ਗੁਰੂ ਗ੍ਰੰਥ ਸਾਹਿਬ ਜਿਹੜੀ ਹੈਗੀ ਹੈ ਉਹ ਸਾਡੀ ਰੂਹ ਹੈ, ਹਰ ਸਿੱਖ ਦੀ, ਹਰ ਮਨੁੱਖ ਦੀ ਉਹ ਰੂਹ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਹ ਦੂਜਾ ਵੱਜਰ ਅਪਰਾਧ ਹੋਇਆ ਜੀ। ਉਸ ਵੱਜਰ ਅਪਰਾਧ ਦੀ ਬਦੌਲਤ ਜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲਾਸ਼ਾਂ ਵਿਛੀਆਂ ਸੀ, ਖੂਨ ਡੁੱਲਿਆ ਸੀ, ਤਾਂ ਇਹ ਵੱਜਰ ਅਪਰਾਧ ਇੱਕ ਅਜੇ ਹੈ ਜੀ ਜਿਹੜਾ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਅੰਗ ਖਿਲਰੇ ਦੇਖੇ। ਬਿਲਕੁਲ, ਉਹ ਵੀ ਜ਼ਖਮੀ ਅੰਗ ਹੀ ਕਵਾਂਗੇ ਆਪਾਂ, ਉਹ ਵੀ ਜ਼ਖਮੀ ਹੈ। ਉਹ ਗੁਰੂ ਦੀ ਜਿਹੜੀ ਹੈਗੀ ਹੈ, ਗੁਰੂ ਦੀ ਜਿਹੜੀ ਸਾਡੀ ਹੈਗੀ ਗ੍ਰੰਥ ਸਾਹਿਬ ਨੂੰ ਜ਼ਖਮੀ ਕੀਤਾ। ਔਰ
ਅਸੀਂ ਦੇਖਿਆ ਕਿ ਇੰਦਰਾ ਗਾਂਧੀ ਕਾਂਗਰਸ ਪਾਰਟੀ ਦੀ ਲੀਡਰ ਸੀ ਜੀ, ਸਰਵੇ ਸਰਵਾ ਸੀ, ਲੇਕਿਨ ਇੰਦਰਾ ਗਾਂਧੀ ਨੂੰ ਲੋਕਾਂ ਨੇ ਉਹ ਜਿਹੜੇ ਉਹਦੇ ਅੰਗ ਰੱਖਕ ਸੀ ਉਹਨਾਂ ਨੇ ਸਜ਼ਾ ਦਿੱਤੀ ਆਪਰੇਸ਼ਨ ਬਲੂ ਸਟਾਰ ਦੀ। ਜੀ, ਸਜ਼ਾ ਦੇਣ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਇੱਕ ਕਿਸਮ ਦਾ ਇਹ ਕਹਿਤਾ ਜੀ ਖਤਮ ਕੰਮ, ਉਹ ਮੁੱਦਾ ਖਤਮ ਹੋ ਗਿਆ, ਜਿਹਨੇ ਪਾਪ ਕੀਤਾ ਸੀ ਅਸੀਂ ਉਹਦਾ ਕੰਮ ਖਤਮ ਕਰਤਾ। ਉਹ ਤੋਂ ਬਾਅਦ ਦੀਆਂ ਗੱਲਾਂ ਦੇਖੋ ਤੁਸੀਂ, ਬਾਅਦ ਦੇ ਵਿੱਚ ਕਾਂਗਰਸ ਪਾਰਟੀ ਪਾਵਰ ਚ ਆਉਂਦੀ, ਪੰਜਾਬ ਵਰਗੀ ਸਟੇਟ ਦੇ ਵਿੱਚ ਜਿੱਥੇ ਬਹੁਗਿਣਤੀ ਸਿੱਖ ਹੋਵੇ ਤੇ ਉੱਥੇ ਉਹੀ ਪਾਵਰ ਤੇ ਆਵੇ, ਤਾਂ ਇਹਨੂੰ ਤੁਸੀਂ ਸਮਝਣ ਦਾ ਜੇ ਆਪਾਂ ਯਤਨ ਕਰੀਏ ਤਾਂ ਇਹ ਕਰੀਏ ਕਿ ਲੋਕਾਂ ਨੂੰ ਅਸਲ ਦੇ ਵਿੱਚ ਜਿਹੜਾ ਪਾਪ ਹੋਇਆ ਸੀ ਉਹਦੇ ਨਾਲ ਕਰਨਾ ਸੀ, ਜਿਹਨੇ ਪਾਪ ਕੀਤਾ ਸੀ ਉਹ ਬੰਦਾ ਰਿਹਾ ਨਹੀਂ। ਉਹ ਤੋਂ ਬਾਅਦ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ਤੇ ਉਹਨਾਂ ਨੇ ਗੱਲ ਕੀਤੀ। ਇਸੇ ਤਰੀਕੇ ਮੇਰੀ ਇਹ ਸਮਝ ਬਣਦੀ ਸੀ ਕਿ ਜਦੋਂ 2017 ਦੇ ਵਿੱਚ ਲੋਕਾਂ ਨੇ ਬਹੁਤ ਵੱਡੀ ਸਜ਼ਾ ਦਿੱਤੀ ਸੀ ਅਕਾਲੀ ਦਲ ਨੂੰ, ਮੇਰਾ ਖਿਆਲ ਹੈ ਵੀ ਐਡੀ ਸਜ਼ਾ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚਿੱਤ ਵੀ ਨਹੀਂ ਹੋਣੀ ਮਨ ਦੇ ਵਿੱਚ ਕਿ ਇਹ ਸਜ਼ਾ ਮਿਲ ਸਕਦੀ ਹੈ। ਉਹਨਾਂ ਦੇ ਜਿਉਂਦੇ ਜੀ ਆਪੋਜੀਸ਼ਨ ਦਾ ਰੁਤਬਾ ਵੀ ਨਾ ਮਿਲ ਸਵੇ, 15 MLA ਰਹਿ ਜਾਣ ਸਿਰਫ, ਬਹੁਤ ਇਹ ਭਿਆਨਕ ਗੱਲ ਹੈ। 10 ਸਾਲ ਜਿਨ੍ਹਾਂ ਦਾ ਰਾਜ ਹੋਇਆ ਹੋਵੇ, ਉਹ ਸਜ਼ਾ ਮਿਲ ਚੁੱਕੀ ਸੀ ਤੇ ਹੁਣ ਦੁਬਾਰਾ ਸਜ਼ਾ ਦੇਣ ਦਾ ਕੋਈ ਮਕਸਦ ਨਹੀਂ ਸੀ। ਲੇਕਿਨ ਜਿਹੜਾ ਬਚਪਨਾ ਇਹਨਾਂ ਨੇ ਕੀਤਾ ਖੁਸ਼ੀ ਮਨਾਉਣ ਵਾਲਾ, ਉਹੀ ਤਾਂ ਗੱਲ ਹੈ ਨਾ ਜੀ, ਉਹਨੇ ਉਤੇਜਿਤ ਕਰ ਦਿੱਤਾ ਲੋਕਾਂ ਨੂੰ ਦੁਬਾਰਾ ਫਿਰ। ਜੀ, ਇਹ ਬਿਲਕੁਲ ਸਹੀ ਗੱਲ ਹੈ। ਤੁਸੀਂ ਉਤੇਜਿਤ, ਕਿਉਂਕਿ ਜਦੋਂ ਨਾ ਆਪਾਂ ਪਿੰਡਾਂ ਦੀ ਪਾਰਟੀਬਾਜੀ ਦੇਖਦੇ ਹਾਂ ਸਾਰਾ ਕੁਝ ਹੋ ਜਾਂਦਾ, ਪਰ ਕਈ ਵਾਰੀ ਜਿਹੜੀਆਂ ਚਾਂਬਲਿਆਪਣ ਹੁੰਦਾ ਨਾ, ਜਿਵੇਂ ਉਹ ਪੁਰਾਣੇ ਕਹਿੰਦੇ ਵੀ ਵੇਖ ਇਹ ਦੰਦੀਆਂ ਕੱਢਦਾ, ਉਹ ਚੀਜ਼ ਫਿਰ ਖਿਝ ਪੈਦਾ ਕਰਦੀ ਹੈ। ਦਾਨੇਵਾਲੀਆ ਸਾਹਿਬ, ਤੁਸੀਂ ਤੁਹਾਡੀ ਉਮਰ ਮੇਥੋਂ ਛੋਟੀ ਹੈ, ਤੁਸੀਂ ਦੇਖਿਆ ਨਹੀਂ, ਮੈਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਘਰਾਂ ਦੇ ਕੋਲ ਦੀ ਜੀ ਕਿਸੇ ਓਪਰੇ ਇਲਾਕੇ ਦੇ ਬੰਦੇ ਨੂੰ ਨੱਤੀਆਂ ਪਾ ਕੇ ਨਹੀਂ ਟੱਪਣ ਦਿੱਤਾ ਜਾਂਦਾ ਸੀ। ਸਾਡੇ ਪਿੰਡ ਸਿਰ ਤੇ ਪੱਗ ਨਹੀਂ ਸੀ, ਅਗਲਾ ਪੱਗ ਬੰਨ੍ਹ ਕੇ ਸਿਰ ਢੱਕ ਕੇ ਲੰਘਦਾ ਸੀ। ਅਚਨਚੇਤ ਜਿੱਥੇ ਤੁਹਾਡੀ ਥੋੜੀ ਜਿਹੀ ਮਤਲਬ ਕਿਸੇ ਨਾਲ ਅੱਖ ਮਿਲੀ ਹੈ, ਅਚਨਚੇਤ ਜੇ ਤੁਹਾਨੂੰ ਉੱਥੇ ਖੰਘ ਵੀ ਆ ਜੇ ਤੇ ਇਹ ਕਹਿੰਦੇ ਖੰਗੂਰਾ ਮਾਰ ਕੇ ਲੰਘਿਆ। ਔਰ ਖੰਗੂਰਾ ਮਾਰਨ ਦੇ ਉੱਤੇ ਮੈਂ ਬਹੁਤ ਪਿੰਡਾਂ ਦੇ ਵਿੱਚ ਦੇਖਿਆ ਕਤਲ ਹੁੰਦੇ ਦੇਖੇ। ਇਹ ਗੁਰੂ ਦੇ ਨਾਲ ਗੱਲ ਜੁੜੀ ਹੋਈ ਸੀ। ਗੁਰੂ ਗ੍ਰੰਥ ਸਾਹਿਬ ਸਾਡਾ 11ਵਾਂ ਗੁਰੂ ਹੈ। 11ਵੇਂ ਗੁਰੂ ਦੀ ਬੇਅਦਬੀ ਹੋਈ, ਜਾਂਚ ਚੱਲ ਰਹੀ ਹੈ, ਜਾਂਚ ਅਧਿਕਾਰੀ ਬਦਲਤਾ, ਸਾਰਾ ਕੁਝ ਬਦਲਤਾ, ਤੁਸੀਂ ਚੁੱਪ ਕਰਕੇ ਘਰੇ ਬਹਿ ਜਾਓ। ਤੁਹਾਨੂੰ ਖੁਸ਼ੀ ਮਨਾਉਣ ਦੀ ਕੀ ਲੋੜ ਸੀ? ਉਹ ਖੁਸ਼ੀ ਮਨਾਈ ਗਈ। ਇੱਕ ਤਾਂ ਇਹਦਾ ਵੱਡਾ ਕਾਰਨ ਇਹ ਹੈ ਕਿ ਉੱਥੇ ਜਿਹੜਾ ਉਹਦਾ ਵਿਰੋਧ ਹੋਇਆ। ਦੂਸਰੀ ਗੱਲ ਇਹ ਹੈ ਕਿ ਜਿਹੜੀ ਜਨਤਾ ਨੂੰ ਅਸੀਂ ਹੁਣ ਤੱਕ ਟੁੱਕ ਦਾ ਢੇਲਾ ਸਮਝਦੇ ਰਹੇ ਹਾਂ, ਗਰੀਬ ਗੁਰਬੇ ਨੂੰ ਜੀ, ਔਰ ਉਹਨਾਂ ਨੂੰ ਤੁਹਾਡੇ ਨਾਲ ਕਿੰਨੀ ਕੁ ਰੰਜਿਸ਼ ਹੈ ਜਦੋਂ ਤੁਹਾਡੀ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਬਣੀ ਹੋਈ ਸੀ। ਭਾਰਤੀ ਜਨਤਾ ਪਾਰਟੀ ਨੇ ਜਿਸ ਢੰਗ ਦੇ ਨਾਲ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਤਹਿਸ ਨਹਿਸ ਕੀਤਾ, ਜਿਸ ਢੰਗ ਦੇ ਨਾਲ ਭੀੜ ਤੰਤਰ ਦੇ ਜ਼ਰੀਏ ਦਲਿਤਾਂ ਦੇ ਉੱਤੇ ਹਮਲੇ ਕੀਤੇ ਗਏ ਜੀ, ਔਰ ਫਿਰ ਉਹਨਾਂ ਹਮਲਿਆਂ ਨੂੰ ਜਾਇਜ਼ ਠਹਿਰਾਇਆ ਗਿਆ। ਜਿਵੇਂ ਸੁਪਰੀਮ ਕੋਰਟ ਦੇ ਵਿੱਚ ਕੋਈ ਫੈਸਲਾ ਹੋਇਆ ਜੀ, ਫੈਸਲਾ ਕਰਵਾਇਆ ਗਿਆ ਇੱਕ ਅਜਿਹੇ ਜੱਜ ਤੋਂ ਜਿਸ ਜੱਜ ਦੀ ਜਿਹੜੀ ਹੈਗੀ ਹੈ ਨੇੜਤਾ RSS ਦੇ ਨਾਲ ਸੀ, ਜੀ, ਉਹ ਤੋਂ ਫੈਸਲਾ ਕਰਵਾਇਆ ਗਿਆ ਕਿ SC ST ਐਕਟ ਹੈ ਜਿਹੜਾ, ਇਹਦੇ ਤਹਿਤ ਜਿਹੜੀ ਗ੍ਰਿਫਤਾਰੀ ਲਾਜ਼ਮੀ ਸੀ, ਉਹ ਖਤਮ ਕਰਤੇ ਸੀ। ਜਿਹੜੀ ਐਂਟੀਸਪੇਟਰੀ ਬੇਲ ਦਾ ਅਧਿਕਾਰ ਪਹਿਲਾਂ ਹੈ ਨਹੀਂ ਸੀ ਸੈਸ਼ਨ ਕੋਰਟ ਕੋਲੇ, ਉਹ ਅਧਿਕਾਰ ਦੇ ਦਿੱਤਾ ਸੀ। ਇੱਥੋਂ ਤੱਕ ਕਹਿ ਦਿੱਤਾ ਸੀ ਉਸ ਜੱਜਮੈਂਟ ਦੇ ਵਿੱਚ ਕਿ ਜੇ ਕਿਸੇ ਬੰਦੇ ਦੇ ਖਿਲਾਫ SC ST ਐਕਟ ਦੇ ਤਹਿਤ ਕੇਸ ਦਰਜ ਹੋ ਵੀ ਜਾਵੇ, ਉਹਦੀ ਗ੍ਰਿਫਤਾਰੀ ਨਹੀਂ ਹੋਊਗੀ, ਉਹਨੂੰ ਮੌਕਾ ਦਿੱਤਾ ਜਾਊਗਾ ਕਿ ਉਹ ਆਪਣੀ ਬੇਲ ਬਾਹਰ ਦੀ ਵਾਰ ਕਰਵਾ ਲਵੇ। ਔਰ ਜਿਸ ਜੱਜ ਨੇ ਕੀਤਾ ਸੀ ਉਹਨਾਂ ਦਾ ਨਾਂ ਸੀ ਆਦਰਸ਼ ਕੁਮਾਰ ਗੋਇਲ ਜੀ। ਔਰ ਇਹ ਉਹੀ ਆਦਰਸ਼ ਕੁਮਾਰ ਗੋਇਲ ਹੈ ਜਿਨ੍ਹਾਂ ਨੂੰ ਜਦੋਂ ਰਿਟਾਇਰਮੈਂਟ ਜਿਸ ਦਿਨ ਦੇਣੀ ਸੀ, ਰਿਟਾਇਰਮੈਂਟ ਤੋਂ ਪਹਿਲਾਂ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਚੇਅਰਪਰਸਨ ਵੀ ਉਹਨੂੰ ਨਿਯੁਕਤ ਕਰ ਦਿੱਤਾ ਸੀ। ਇਹ ਜਿਹੜਾ ਸਾਰਾ ਕੁਝ ਜਦੋਂ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਹੋਇਆ ਤੇ ਤੁਸੀਂ ਉਹਨਾਂ ਦੇ ਨਾਲ ਹਿੱਸੇਦਾਰ ਸੀ, ਬਿਲਕੁਲ, ਤੇ ਫਿਰ ਤੁਸੀਂ ਬਠਿੰਡਾ ਛੱਡ ਕੇ ਮੁਕਤਸਰ ਜ਼ਿਲ੍ਹੇ ਤੋਂ ਤੁਰ ਕੇ ਬਠਿੰਡੇ ਵਿੱਚ ਦੀ ਹੁੰਦੇ ਹੋਏ ਤੁਸੀਂ ਜਲੰਧਰ ਪਹੁੰਚਦੇ ਹੋ। ਉੱਥੇ ਜਿਹੜੀ ਹੈਗੀ ਤੁਹਾਡੀ ਪਹੁੰਚ ਜਿਹੜੀ ਹੈ ਉਹਨਾਂ ਨੂੰ ਰੜਕੂ ਕਿਉਂ ਨਾ? ਔਰ ਮੋਰ ਓਵਰ ਸਮਾਂ ਕਿਹੜਾ ਸਮਾਂ ਉਹ ਹੈ ਕਿ ਡਾਕਟਰ BR ਅੰਬੇਦਕਰ ਦਾ ਜਨਮ ਦਿਨ ਹੋਵੇ ਜੀ, ਤੇ ਤੁਸੀਂ ਕਹਿੰਦੇ ਵੀ ਡਾਕਟਰ BR ਅੰਬੇਦਕਰ ਦਾ ਅਸੀਂ ਜਨਮ ਦਿਨ ਵਾਲਾ ਜਿਹੜਾ ਹੈਗਾ ਉਹਨਾਂ ਨੂੰ ਨਮਨ ਹੋਣ ਵਾਸਤੇ ਚੱਲੇ। ਤੇ ਫਿਰ ਉਹ ਟਾਈਮ ਯਾਦ ਕਰੋ ਜਦੋਂ ਕਨਸਟੀਟਿਊਸ਼ਨ ਦੀ ਧਾਰਾ 25 ਜੀ ਉਹਨੂੰ ਦਿੱਲੀ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਾ ਕੇ ਸਾੜਿਆ ਸੀ। ਔਰ ਕੱਲ ਦਲਿਤ ਭਾਈਚਾਰੇ ਦੇ ਲੋਕਾਂ ਨੇ ਇਹੀ ਰੰਜਿਸ਼ ਹੈ ਵੀ ਉਦੋਂ ਤਾਂ ਤੁਸੀਂ ਸਾੜਦੇ ਸੀ ਵੀ ਜਿਹੜਾ ਕਨਸਟੀਟਿਊਸ਼ਨ ਉਹਨੇ ਲਿਖਿਆ ਸੀ ਉਸ ਕਨਸਟੀਟਿਊਸ਼ਨ ਨੂੰ ਤਾਂ ਤੁਸੀਂ ਸਾੜਦੇ ਸੀ, ਤੁਸੀਂ ਇੱਥੇ ਲੈਣ ਕੀ ਆਏ ਹੋ? ਦਾਨੇਵਾਲੀਆ ਸਾਹਿਬ, ਐਸੇ ਅਖਬਾਰਾਂ ਦੇ ਵਿੱਚ ਖਬਰਾਂ ਜਿਵੇਂ ਆਉਣੀਆਂ ਚਾਹੀਦੀਆਂ ਸੀ ਉਵੇਂ ਨਹੀਂ ਆਈਆਂ, ਲੇਕਿਨ ਕਹਿੰਦੇ ਰੋਕ ਲਿਆ ਗਿਆ। ਸੋਸ਼ਲ ਮੀਡੀਆ ਤੇ ਬੜੀ ਕੋਸ਼ਿਸ਼ ਕੀਤੀ ਗਈ ਵੀ ਜਿੰਨਾ ਵੱਧ ਤੋਂ ਵੱਧ ਰੋਕਿਆ ਜਾਵੇ। ਪਰ ਸੋਸ਼ਲ ਮੀਡੀਆ ਦੇ ਉੱਤੇ ਜਿਸ ਕਿਸਮ ਦੀਆਂ ਖਬਰਾਂ ਮੈਂ ਅੱਜ ਵੇਖੀਆਂ, ਜਿਹੜੀ ਮੈਂ ਆਪਣੀਆਂ ਵੀਡੀਓਜ਼ ਦੇਖੀਆਂ, ਉਹਨਾਂ ਵੀਡੀਓਜ਼ ਦੇ ਵਿੱਚ ਇਉਂ ਲੱਗਦਾ ਜਿਵੇਂ ਧੱਕੇ ਪੈ ਰਹੇ ਹੁੰਦੇ ਜੀ।
ਇੰਨੀ ਭੈੜੀ 2 ਦਿਨਾਂ ਦੇ ਵਿੱਚ ਹੋਣੀ ਅੱਗੜ ਪਿਛੜ। ਇੱਕ ਸਾਡੇ ਧਾਰਮਿਕ ਸਥਾਨ ਦੇ ਉੱਤੇ ਤੇ ਦੂਜੀ ਜਿਹੜੀ ਹੈਗੀ ਹੈ ਜਲੰਧਰ ਡਾਕਟਰ BR ਅੰਬੇਦਕਰ ਦੇ ਉਸ ਸਮਾਗਮ ਦੇ ਮੌਕੇ ਦੇ ਉੱਤੇ। ਇਹ ਆਪਣੇ ਆਪ ਦੇ ਵਿੱਚ ਬਹੁਤ ਮਾੜੀ ਗੱਲ। ਹੁਣ ਅਗਲੀ ਗੱਲ ਇਹ ਕਿ ਉੱਥੇ ਇਹ ਵੀ ਐਲਾਨ ਕਰਤਾ ਕਾਕਾ ਜੀ ਨੇ ਜੀ, ਕਹਿੰਦੇ ਆਪਾਂ ਮੁੱਖ ਮੰਤਰੀ ਤਾਂ ਹੈਗੇ ਆ ਜੀ, ਆਪਾਂ ਤਾਂ ਪੱਕੇ ਹੀ ਆ, ਪੱਕੇ ਚਿਹਰਾ ਮੈਂ ਤਾਂ ਹੈਗਾ ਹੀ ਹੈਗਾ। ਤੇ ਅਗਲਾ ਜਿਹੜਾ ਡਿਪਟੀ ਮੁੱਖ ਮੰਤਰੀ ਹੋਊਗਾ ਉਹ ਦਲਿਤਾਂ ਚ ਹੋਊ। ਪਹਿਲੀ ਗੱਲ ਤਾਂ ਇਹ ਕਿ ਸਿੱਖ ਧਰਮ ਹੈ ਜਿਹੜਾ ਉਹ ਇਸ ਚੀਜ਼ ਤੇ ਉਹ ਜਾਤ ਪਾਤ ਨੂੰ ਰੱਦ ਕਰਦਾ। ਐਂਡ ਤੁਸੀਂ ਅਕਾਲੀ ਦਲ ਦੇ ਨੁਮਾਇੰਦੇ ਪ੍ਰਧਾਨ ਹੋ, ਉਸ ਅਕਾਲੀ ਦਲ ਦੇ ਪ੍ਰਧਾਨ ਹੋ ਜਿਸ ਅਕਾਲੀ ਦਲ ਦਾ ਪ੍ਰਧਾਨ ਕਦੇ ਬਾਬਾ ਖੜਕ ਸਿੰਘ ਹੁੰਦਾ ਸੀ। ਉਹ ਅਕਾਲੀ ਦਲ ਜਿਸ ਅਕਾਲੀ ਦਲ ਦੇ ਪ੍ਰਧਾਨ ਦੇ ਹੱਥ ਦੇ ਵਿੱਚ ਜਿਹੜੀ ਹੈ 3 ਫੁੱਟ ਦੀ ਕਿਰਪਾਨ ਹੁੰਦੀ ਜੀ। ਔਰ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜਾਤ ਪਾਤ ਵਾਲੀ ਗੱਲ ਕਰਦੇ ਹੋ। ਪਹਿਲੀ ਗੱਲ ਤਾਂ ਤੁਹਾਨੂੰ ਇਹ ਚੰਗੀ ਨਹੀਂ। ਤੁਹਾਡਾ ਸਵਾਲ ਕਿਹਾ ਵੀ ਕਿ ਇਹ ਰਾਜਨੀਤੀ ਚੱਲ ਕਿਉਂ ਪਈ? ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹਿ ਦਿੱਤੀ ਤੇ ਨਾਲ ਦੀ ਨਾਲ ਹੀ ਤਰਨਯੋਗ ਦਾ ਬਿਆਨ ਆ ਗਿਆ। ਅੱਛਾ, ਉਹ ਕਹਿੰਦਾ ਜੀ ਤਾਂ ਡਿਪਟੀ ਮੁੱਖ ਮੰਤਰੀ ਦੀ ਗੱਲ ਕਰਦੇ, ਮੁੱਖ ਮੰਤਰੀ ਬਣਾਉਂਦੇ, ਅਸੀਂ ਮੁੱਖ ਮੰਤਰੀ ਬਣਾਵਾਂਗੇ। ਔਰ ਉਹਨਾਂ ਦੀ ਪਲੈਨਿੰਗ ਹੈ, ਅੰਦਰ ਖਾਤੇ ਲੱਗੇ ਹੋਏ ਨੇ। ਉਹਨਾਂ ਦੀ ਪਲੈਨਿੰਗ ਅੰਦਰ ਖਾਤੇ ਇਹ ਹੈ ਕਿ ਕਿਸੇ ਤਰੀਕੇ ਨਾਲ ਜਿਹੜੀ ਹੈ ਬਹੁਜਨ ਸਮਾਜ ਪਾਰਟੀ ਨਾਲ ਸਾਡੀ ਅੰਡਰਸਟੈਂਡਿੰਗ ਹੋ ਜੀ। ਬਹੁਜਨ ਸਮਾਜ ਪਾਰਟੀ ਨਾਲ ਅੰਡਰਸਟੈਂਡਿੰਗ ਹੋਣ ਤੋਂ ਬਾਅਦ ਜਿਹੜਾ ਚੀਫ ਮਿਨਿਸਟਰ ਦਾ ਚਿਹਰਾ ਹੈ ਉਹ ਹੋਊਗਾ ਸੋਮ ਪ੍ਰਕਾਸ਼, ਜਿਹੜਾ ਆਪਣਾ IAS ਰਿਟਾਇਰ ਹੁਸ਼ਿਆਰਪੁਰ ਤੋਂ ਪਾਰਲੀਮੈਂਟ ਦੇ ਮੈਂਬਰ ਹੈ ਔਰ ਇਸ ਵੇਲੇ ਉਹ ਰਾਜ ਮੰਤਰੀ ਹੈ ਕੇਂਦਰ ਦੇ ਰਿਟਾਇਰਡ IAS ਹੈ, ਛੱਡ ਕੇ ਆਏ ਪ੍ਰੀ ਮੈਚੁਰ ਰਿਟਾਇਰਮੈਂਟ ਲਈ ਉਹਨਾਂ ਨੇ ਬਣਾਉਣਾ ਚਿਹਰਾ। ਔਰ ਉਹ ਚਿਹਰਾ ਬਣਾ ਕੇ ਬਿਲਕੁਲ ਉਹੀ ਖੇਡ ਜਿਹੜੀ ਜਾਤੀ ਖੇਡ ਜਿਹੜੀ ਹਰਿਆਣੇ ਦੇ ਵਿੱਚ ਅਡਾਪਟ ਕੀਤੀ ਸੀ। ਹਰਿਆਣੇ ਦੇ ਵਿੱਚ ਵੀ ਨਰਿੰਦਰ ਮੋਦੀ ਨੇ ਇਹੀ ਫਾਰਮੂਲਾ ਅਡਾਪਟ ਕੀਤਾ ਸੀ ਕਿ ਜਿਹੜੀ ਜਾਟਾਂ ਦੀ ਡੋਮੀਨੈਂਸ ਹੈ, ਜਾਟਾਂ ਦੀ ਡੋਮੀਨੈਂਸ ਦੇ ਖਿਲਾਫ ਜਿਹੜੀਆਂ ਦੂਜੀਆਂ ਗੈਰ ਜਾਤਾਂ ਹੈ ਉਹਨਾਂ ਜਾਤਾਂ ਦਾ ਇੱਕ ਫਰੰਟ ਬਣਾ ਕੇ ਇਕੱਠਿਆਂ ਕਰਕੇ ਤੇ ਉਸ ਹਿਸਾਬ ਨਾਲ ਜਾਟ ਜਿਹੜੀ ਹੈਗੀ ਘੱਟ ਗਿਣਤੀ ਰਹਿ ਜਾਂਦੀ। ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੋਜਨਾ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਹਿੰਦੂ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੀ ਹੈ ਕਿ ਹਿੰਦੂਆਂ ਦੀ ਵੋਟ ਬੈਂਕ ਅਸੀਂ ਲੈ ਲਾਂਗੇ। ਦਲਿਤ ਵੋਟ ਬੈਂਕ ਜਿਹੜੀ ਹੈਗੀ ਹੈ ਬਹੁਜਨ ਸਮਾਜ ਪਾਰਟੀ ਕਰਕੇ ਤੇ ਦਲਿਤ ਚਿਹਰੇ ਕਰਕੇ ਆ ਸਕਦੀ ਹੈ। ਤੇ ਜੇ ਦਲਿਤ ਤੇ ਹਿੰਦੂ ਵੋਟ ਇਕੱਠੇ ਹੋ ਜਾਣ ਤਾਂ ਫਿਰ ਤੁਸੀਂ ਇਹ ਦੇਖੋ ਕਿ ਜੱਟ ਜਿਹੜੇ ਹੈ ਘੱਟ ਗਿਣਤੀ 'ਚ ਰਹਿ ਜਾਂਦੀ। ਜਿਹੜੀ ਮਾਲਵੇ ਦੀ ਜਿਹੜੀ ਰਾਜਨੀਤੀ ਹੈ, ਜਿਹੜੀ ਮਾਲਵੇ ਦੇ ਵਿੱਚ ਮੁੱਖ ਮੰਤਰੀ ਦੀ ਜਿਹੜੀ ਬਾਰੀ ਮਾਲਵੇ 'ਚੋਂ ਬਣਦਾ ਹੈ ਉਹ ਜੱਟ ਨੋਮੀਨੈਂਸ ਕਰਕੇ ਬਣਦਾ ਹੈ। ਤੇ ਜਦੋਂ ਫਿਰ ਜੱਟ ਨੋਮੀਨੈਂਸ ਵਾਲੀ ਗੱਲ ਕਰੀਏ, ਜੱਟਾਂ ਦੀ ਆਪਾਂ ਗੱਲ ਕਰ ਲਈਏ, ਜੱਟ ਵੋਟ ਕਿੰਨੇ ਥਾਵਾਂ ਤੇ ਇਸ ਵੇਲੇ ਜੱਟ ਵੋਟ ਸਿੱਧੇ ਤੌਰ ਤੇ 4 ਥਾਵਾਂ ਤੇ ਖਿੰਡੀ ਪਈ ਹੈ ਬਿਲਕੁਲ। ਵੈਸੇ ਤਾਂ 5 ਥਾਵਾਂ ਤੇ ਖਿੰਡੀ ਪਈ ਹੈ। ਪਹਿਲੀ ਗੱਲ ਇੱਕ ਅਕਾਲੀ ਦਲ ਹੋ ਗਿਆ, ਇੱਕ ਕਾਂਗਰਸ ਹੋ ਗਿਆ, ਇੱਕ ਆਮ ਆਦਮੀ ਪਾਰਟੀ ਹੋ ਗਈ, ਇੱਕ ਤੁਹਾਡੀ ਜਿਹੜੀ ਹੈਗੀ ਹੈ ਚੌਥਾ ਫਰੰਟ ਵੀ ਤਿਆਰ ਬੈਠਾ ਢੀਂਡਸਾ ਤੇ ਤੁਹਾਡਾ ਜਿਹੜਾ ਹੈਗਾ ਜਿਹੜਾ ਚਲੋ ਨਵੀਂ ਪਾਰਟੀ ਕਹਿੰਦੇ ਬਣਾਵਾਂਗੇ ਅਸੀਂ, ਬਣਾ ਰਹੇ ਹੈ। ਚਾਰ ਉਹ ਹੋ ਗਈ ਤੇ ਪੰਜਵੀਂ ਥੋੜੀ ਬਹੁਤੀ ਜੱਟ ਵੋਟ ਤਾਂ ਫਿਰ BJP ਨਾਲ ਵੀ ਹੈਗੀ ਹੈ। ਪਿਛਲੇ ਸਮੇਂ ਦੇ ਵਿੱਚ BJP ਨੇ ਵੀ ਜੱਟਾਂ ਦੇ ਵਿੱਚ ਜਾ ਕੇ ਕੰਮ ਕੀਤਾ, ਕਿਸਾਨੀ 'ਚ ਕੰਮ ਕੀਤਾ ਔਰ ਇਹਨਾਂ ਨੇ ਜਿਹੜੀ ਉਹ ਹੈਗੀ ਹੈ। ਢਿੱਲੋਂ ਸਾਹਿਬ ਕਈ ਥਾਵਾਂ ਤੇ ਤੁਸੀਂ ਲੈ ਲਓ ਮਜਬੂਰੀ 'ਚ ਵੀ ਹੈਗਾ, ਜਿੱਥੇ ਅਕਾਲੀ ਦਲ ਦਾ ਵਜੂਦ ਹੀ ਨਹੀਂ ਸੀ ਉੱਥੇ ਫਿਰ ਇਹਨਾਂ ਨਾਲ ਹੋ ਗਈ ਜਿਨ੍ਹਾਂ ਦਾ ਕਾਂਗਰਸ ਨਾਲ ਨਿਰਾਸ਼ਾ ਸੀ। ਰਾਸ਼ਟਰੀ ਸਿੱਖ ਸੰਗਤ ਜਿਹੜੀ ਬਣਾਈ ਹੈ, ਰਾਸ਼ਟਰੀ ਸਿੱਖ ਸੰਗਤ ਪਿੰਡਾਂ ਤੱਕ ਅਪਰੋਚ ਕਰ ਰਹੀ ਹੈ। ਉਹ ਅਪਰੋਚ ਕਰ ਰਹੀ ਹੈ। ਤੁਸੀਂ ਇਹ ਦੇਖੋ ਭਾਰਤੀ ਜਨਤਾ ਪਾਰਟੀ ਦੇ ਉੱਤੇ ਨਜ਼ਰ ਮਾਰੋ। ਮੈਂ ਤੁਹਾਨੂੰ ਬਠਿੰਡੇ ਜ਼ਿਲ੍ਹੇ 'ਚ ਦੱਸਣਾ, ਬਠਿੰਡੇ ਜ਼ਿਲ੍ਹੇ ਦੇ ਤੁਸੀਂ ਦਿਹਾਤੀ ਪਿਛੋਕੜ ਵਾਲੇ ਬੰਦੇ ਦਿਆਲ ਦਾਸ ਸੋਢੀ ਜੀ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਤੇ ਇਸ ਵੇਲੇ ਉਹ ਆਪਣਾ ਤੁਹਾਡਾ ਸਟੇਟ ਲੈਵਲ ਦਾ ਲੀਡਰ ਹੈ। ਇਮੇਜ ਮੇ ਜਿਹੜੇ ਹੈਗੇ ਭਾਰਤੀ ਜਨਤਾ ਪਾਰਟੀ ਦਾ ਦਿਹਾਤੀ ਦਾ ਪ੍ਰਧਾਨ ਗੁਰਵਿੰਦਰ ਸਿੰਘ ਹੈ, ਮੇਰਾ ਖਿਆਲ ਭਗਤੇ ਵਾਲਾ। ਹਾਂਜੀ ਉਹ ਵੀ ਉਸ ਪਾਸੇ ਤੋਂ ਲੈ ਕੇ ਆਏ ਤੇ ਕੁਛ ਨਾ ਕੁਛ ਤਾਂ ਮਾੜੀ ਮੋਟੀ ਉਹਨਾਂ ਕੋਲ ਹੈਗੀ ਹੈ ਨਾ। ਹੁਣ ਜਿਹੜੀ ਵੋਟ 5 ਥਾਵਾਂ ਤੇ ਖਿੰਡੀ ਵੀ ਹੈ, ਜੇ ਉਹ ਕੰਸੋਲੀਡੇਟ ਕਰ ਦਿੰਦੇ ਜੀ ਇਕੱਠੀ ਹੋ ਜਾਂਦੀ ਹੈ ਉਹਨੂੰ ਇਕੱਠੀ ਕਰ ਲੈਂਦੇ ਤਾਂ ਉਹ ਮੈਜੋਰਿਟੀ 'ਚ ਬਣਦੇ। ਉਹਨਾਂ ਦੀ ਪਾਲਿਸੀ ਹੈ, ਉਹਨਾਂ ਦੀ ਜਿਹੜੀ ਯੋਜਨਾਬੰਦੀ ਇਹ ਹੈ। ਹੁਣ ਅਗਲੀ ਗੱਲ ਹੈ ਜਿਹੜਾ ਤੁਹਾਡਾ ਸਵਾਲ ਹੈ ਕਿ ਫਿਰ ਇਹ ਜਿਹੜੀ ਰਾਜਨੀਤੀ ਕਪਤਾਨ ਸਾਹਿਬ ਦਾ ਵੀ ਆ ਗਿਆ। ਉਹ ਕਹਿੰਦੇ ਜੀ ਸਾਡੇ ਕੋਲ ਜਿਹੜਾ ਹੈਗੇ ਇਸ ਤੋਂ ਬਾਅਦ ਜਿਹੜੀਆਂ ਜਿੰਨੀਆਂ ਵੀ ਯੋਜਨਾਵਾਂ ਆਉਣਗੀਆਂ ਉਹਦੇ ਵਿੱਚ 30% ਜਿਹੜੀਆਂ ਹੈਗੀਆਂ ਖਰਚਾ ਜਿਹੜਾ ਹੈਗਾ ਸਾਡਾ ਬਜਟ ਦਾ ਉਹ ਦਲਿਤਾਂ ਦੀ ਭਲਾਈ ਵਾਸਤੇ ਹੋਊਗਾ। ਹੁਣ ਇਹਦਾ ਵੱਡਾ ਕਾਰਨ ਕਿਉਂ ਦਲਿਤ ਕੇਂਦਰ ਬਿੰਦੂ ਕਿਉਂ ਬਣ ਗਏ? ਆਹੀ ਪੰਜਾਬ ਦੀ ਰਾਜਨੀਤੀ ਕਾਰਨ ਕੀ ਹੋਗਾ ਕਿ ਇਹਦਾ ਮਤਲਬ ਪਤਾ ਲੱਗ ਗਿਆ ਵੀ ਇਹਨਾਂ ਨੂੰ ਸਾਡੇ ਨਾਲ ਆਪਣੇ ਵੀ ਜੱਟ ਤਾਂ ਜਿਹੜੇ ਸਵਰਨ ਜਾਤੀ ਦੇ ਲੋਕ ਆ ਉਹ ਸਾਡੇ ਨਾਲੋਂ ਦੁਖੀ ਨੇ ਹੈ ਜੀ, ਉਹ ਸਾਡੇ ਨਾਲ ਤੁਰਦੇ ਨਹੀਂ। ਠੀਕ ਹੈ। ਤੇ ਦੂਜੀ ਗੱਲ ਜਿਹੜੀ ਹੈ ਕਿ ਦਲਿਤਾਂ ਨੂੰ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਦੀ ਗੱਲ ਕਰਾਂਗੇ, ਉਹਨਾਂ ਨੂੰ ਵੀ ਪੋਲਰਾਈਜ਼ ਕਰਾਂਗੇ। ਇਹ ਵੀ ਕਹਾਣੀ ਆ ਗਈ ਕਿਉਂਕਿ BJP ਦੀ ਪੋਲਰਾਈਜੇਸ਼ਨ ਪਾਲਿਸੀ ਕਾਮਯਾਬੀ ਹੋਈ ਹੈ ਕਿਤੇ ਨਾ ਕਿਤੇ। ਹੋਰ ਹੈ ਅਗਲੀ ਗੱਲ, ਇੱਕ ਹੋਰ ਹੈ ਜਿਹੜੀ ਵੱਡੀ ਗੱਲ ਹੈ, ਜਿਹੜੀ ਦਲਿਤ ਵੋਟ ਸ਼ੇਅਰ ਹੈ ਜੀ ਉਹ ਸਾਰੇ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਵੱਧ ਪੰਜਾਬ 'ਚ ਹੈ। ਪੰਜਾਬ 'ਚ ਆ ਗਿਆ। ਠੀਕ ਹੈ। 30-32% ਜਿਹੜੀ ਹੈਗੀ ਹੈ ਦਲਿਤ ਵੋਟ ਹੈ। ਤੀਜਾ ਹਿੱਸਾ ਦਲਿਤ ਵੋਟ ਹੋ ਗਈ। ਅਗਲੀ ਗੱਲ, ਜਿਹੜਾ ਦੁਆਬੇ ਦਾ ਦਲਿਤ ਭਾਈਚਾਰਾ ਸੁਖਬੀਰ ਸਿੰਘ ਬਾਦਲ ਜਲੰਧਰ ਕੀ ਲੈਣ ਗਿਆ ਸੀ, ਹਾਂਜੀ, ਦੁਆਬੇ ਦਾ ਭਾਈਚਾਰਾ ਪੰਜਾਬ ਦੇ ਨਾਲੋਂ ਸਭ ਤੋਂ ਜ਼ਿਆਦਾ ਚੇਤਨ ਹੈ ਜੀ।
ਔਰ ਦੁਆਬੇ ਦੀਆਂ ਸੀਟਾਂ ਕਿੰਨੀਆਂ ਜੀ 23। 23 ਸੀਟਾਂ ਦੇ ਉੱਤੇ ਦਲਿਤ ਭਾਈਚਾਰਾ ਜਿਹੜਾ ਹੈਗਾ ਉੱਥੇ ਅਸਰ ਰਸੂਖ ਰੱਖਦਾ ਹੈ ਜੀ, ਪ੍ਰਭਾਵਿਤ ਕਰਦਾ ਹੈ। ਫਿਰ ਉਹਨਾਂ ਦੇ ਕੋਲੇ ਪੈਸੇ ਧੇਲੇ ਦੀ ਕਮੀ ਨਹੀਂ, ਕਿਉਂਕਿ ਸਭ ਦੀਆਂ ਜਿਹੜੀਆਂ ਹੈਗੇ ਕਨੈਕਸ਼ਨ ਵਿਦੇਸ਼ਾਂ ਨਾਲ ਜੁੜੇ ਹੋਏ। ਵਿਦੇਸ਼ਾਂ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਜਦੋਂ ਆਪਾਂ ਦੁਆਬੇ 'ਚ ਜਾਂਦੇ ਹਾਂ, ਮੇਰੀ ਰਿਸ਼ਤੇਦਾਰੀ ਹੈ ਉੱਥੇ। ਮੈਂ ਜਦੋਂ ਅਸੀਂ ਜਾ ਕੇ ਦੇਖਦੇ ਤੁਸੀਂ ਵੱਡੀਆਂ ਵੱਡੀਆਂ ਕੋਠੀਆਂ ਤੁਹਾਨੂੰ ਖੇਤਾਂ 'ਚ ਮਿਲਣਗੀਆਂ, ਭਾਵੇਂ ਉਹ ਖਾਲੀ ਪਈਆਂ ਜਾਂ ਉਹਨਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਬੈਠੇ, ਬਿਲਕੁਲ ਜੀ, ਜਿਹੜੇ ਉਹਨਾਂ ਦੀ ਜ਼ਮੀਨ ਨੂੰ ਦੇਖਦੇ ਭਾਲਦੇ। ਇਸ ਕਰਕੇ ਜਿਹੜੀ ਹੁਣ ਜਿਹੜੀ ਹੈ ਸਾਰੀ ਦੀ ਸਾਰੀ ਕੰਸੋਲੀਡੇਸ਼ਨ ਜਿਹੜੀ ਹੋ ਰਹੀ ਹੈ ਉਹ ਦਲਿਤ ਸਮਾਜ 'ਚ ਹੋ ਰਹੀ ਹੈ, ਦਲਿਤ ਸਮਾਜ ਤੇ ਹੋ ਰਹੀ ਹੈ। ਜਿਹੜੀ ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਦੇ ਯੁੱਗ ਨਾਲ ਦਲਿਤਾਂ ਦੇ ਵਿੱਚ ਜਿਹੜੀ ਹੈ ਚੇਤਨਤਾ ਦਾ ਪਸਾਰ ਪਹਿਲਾਂ ਨਾਲੋਂ ਕਿਤੇ ਵੱਧ ਗਿਆ। ਕਿਉਂਕਿ ਇੱਕ ਤਾਂ ਢਿੱਲੋਂ ਸਾਹਿਬ 2-3 ਗੱਲਾਂ ਹੋ ਗਈਆਂ। ਇੱਕ ਤਾਂ ਪੜ੍ਹ ਗਏ, ਦੂਜੀ ਗੱਲ ਦੇਖੋ ਜੇ ਦੁਆਬੇ ਦੀ ਗੱਲ ਕਰੀਏ, ਉਹ ਵੈਸੇ ਹੀ ਬਾਹਰ ਜਾਣ ਕਰਕੇ ਉਹ ਪੈਸੇ ਚੰਗੇ ਚੋਕੇ ਆਪਣੇ ਮਾਲਵੇ ਦੇ, ਜੇ ਮਾਨਸਾ ਦੇ ਏਰੀਏ ਦੇ ਤੇ ਮੌੜ ਤੇ ਤੁਹਾਡੇ ਤਲਵੰਡੀ ਦੇ ਜਿਹੜੇ ਜੱਟ ਬਰਾਦਰੀ ਉਹਨਾਂ ਨਾਲ ਤਾਂ ਕਿਤੇ ਤਕੜੇ ਨੇ। ਬਿਲਕੁਲ ਉਹਨਾਂ ਦੀਆਂ ਕੋਠੀਆਂ, ਉਹਨਾਂ ਦੀਆਂ ਗੱਡੀਆਂ। ਮੈਂ ਜਾ ਕੇ ਆਇਆ, ਮੇਰੇ ਦੋਸਤ ਮਿੱਤਰ ਨੇ ਉੱਥੇ ਦੁਆਬੇ ਦੇ ਵਿੱਚ ਕਈ ਸਾਡੇ ਨਾਲ ਕੰਮ ਵੀ ਕੀਤਾ, ਤੇ ਮੈਂ ਕਿਹਾ ਜੀ ਗੱਡੀਆਂ ਦੇਖੋ, ਉਹਨਾਂ ਦੀਆਂ ਕੋਠੀਆਂ ਦੇਖੋ, ਬੱਲੇ ਬੱਲੇ ਉੱਥੇ। ਸਾਡੇ ਜਿਵੇਂ ਹੰਕਾਰ ਦੇ ਵਿੱਚ ਕਹਿ ਦਿੰਦੇ ਆ ਮੈਂ ਜੱਟ ਦਾ ਪੁੱਤ ਆ, ਐਵੇਂ ਮਾੜਾ ਉਹ ਕਹਿੰਦੇ ਮੈਂ ਚਮਿਆਰ ਦਾ ਪੁੱਤ ਆ, ਕਹਿੰਦੇ ਠੋਕ ਕੇ ਕਹਿੰਦੇ ਨੇ। ਦਾਰੂ ਦੀ ਘੁੱਟ ਜੀ ਪੀ ਕੇ ਨਾ ਮਾਰਦੇ ਮੈਂ ਲਲਕਾਰਾ ਮਾਰਦਾ ਜੱਟ ਦਾ ਪੁੱਤ। ਉਹ ਜਿਹੜੇ ਹੈਗੇ ਬੜੇ ਸ਼ੌਕ ਦੇ ਨਾਲ ਉਹਨਾਂ ਦੀਆਂ ਗੱਡੀਆਂ ਤੇ ਲਿਖਿਆ ਪੁੱਤ ਚਮਾਰਾਂ ਦੇ। ਹਾਂ, ਠੀਕ ਹੈ ਨਾ। ਇਹ ਚੇਤਨਤਾ ਦਾ ਜਿਹੜਾ ਚੇਤਨਤਾ ਦਾ ਪਸਾਰ ਹੋਇਆ ਨਾ, ਇਹ ਉਹਦਾ ਨਤੀਜਾ ਹੈ। ਢਿੱਲੋਂ ਸਾਹਿਬ ਤੁਸੀਂ ਸਾਰੇ ਗੱਲ ਬਾਤ ਆਪਾਂ ਪੰਥ ਨਾਲ ਤੇ ਧਰਮ ਨਾਲ ਜੁੜੀ ਕੀਤੀ, ਇਹਦੇ ਵਿੱਚ ਚਰਚਾ ਵੀ ਆਈ ਥੋੜ੍ਹੀ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਵੀ ਆਈ, ਇਹਦੇ ਵਿੱਚ ਚਰਚਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਵੀ ਆਈ। ਹੁਣ ਤੁਹਾਨੂੰ ਪਤਾ ਕਿ ਸਿੱਖ ਜਥੇਬੰਦੀਆਂ ਨੇ ਜਿਹੜਾ ਕੱਲ੍ਹ ਇੱਥੇ ਕੋਟਕਪੂਰੇ, ਭਾਵੇਂ ਇਕੱਠ ਕੋਈ ਪ੍ਰਭਾਵਸ਼ਾਲੀ ਨਹੀਂ ਸੀ, ਪਰ ਐਲਾਨ ਬਹੁਤ ਵੱਡਾ ਕਰ ਗਏ। ਬਿਲਕੁਲ, ਜਿਹੜਾ ਉਹ ਇਕੱਠ ਹੈ ਉਹ ਆਪਾਂ ਉਹਨੂੰ ਕਹਿੰਦੇ ਨੁਮਾਇੰਦਾ ਇਕੱਠ ਹੈ। ਕਈ ਵਾਰੀ ਇਹ ਹੁੰਦਾ ਕਿ ਭੀੜ ਇਕੱਠੀ ਕਰਨ ਦੇ ਨਾਲੋਂ ਕੁਝ ਜਿਹੜੇ ਚੁਣਿੰਦਾ ਲੋਕ ਜਿਹੜੇ ਹੈਗੇ, ਜਿਹੜੇ ਭੀੜਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੋਕ ਜੀ, ਉਹ ਲੋਕ ਜਿਹੜੇ ਇਕੱਠੇ ਹੁੰਦੇ। ਇਹ ਤੋਂ ਪਹਿਲਾਂ ਦਾਨੇਵਾਲੀਆ ਸਾਹਿਬ ਚੰਡੀਗੜ੍ਹ ਲੇਕ ਦੇ ਪਾਰ ਜੀ, ਮੇਰਾ ਖਿਆਲ ਹੈ ਕਾਂਸਲ ਪਿੰਡ ਵਾਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਹੈ ਜੀ, ਸ਼ਾਇਦ ਇੱਕ ਤਾਂ ਝੀਲ ਦੇ ਨਾਲ ਹੀ ਆ ਗਿਆ ਅੰਦਰ ਜੇ ਵੜ ਕੇ, ਮੇਰੇ ਖਿਆਲ ਕਿਸੇ ਸੰਤ ਸਮਾਜ ਉਹਨੂੰ ਗੁਰਦੁਆਰਾ ਸਾਹਿਬ ਗੁਰਸਾਗਰ ਸਾਹਿਬ ਪਤਾ ਨਹੀਂ ਕਹਿੰਦੇ। ਹਾਂਜੀ, ਹਾਂ, ਉਦੋਂ ਅੱਗੇ ਕਾਂਸਲ ਵਾਲੀ ਸੜਕ ਆਉਂਦੀ ਹੈ, ਜਿਹੜਾ ਉਹ ਗੁਰਦੁਆਰਾ ਸਾਹਿਬ ਹੈ ਜੀ। ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਦਿਨ ਇਹ ਫੈਸਲਾ ਹਾਈ ਕੋਰਟ ਦਾ ਆਇਆ, ਉਹ ਫੈਸਲੇ ਤੋਂ 1-2 ਦਿਨ ਬਾਅਦ ਉੱਥੇ ਇੱਕ ਮੀਟਿੰਗ ਹੋਈ ਸੀ। ਅੱਛਾ ਜੀ। ਉਸ ਮੀਟਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਪੰਥਕ ਜਥੇਬੰਦੀਆਂ ਦੇ, ਮਤਲਬ ਲਗਭਗ ਸਾਰੀਆਂ ਪੰਥਕ ਜਥੇਬੰਦੀਆਂ ਦੇ ਜਿਹੜੇ ਨੁਮਾਇੰਦਾ ਪ੍ਰਤੀਨਿਧ ਹੈ ਜਿਹੜੇ ਉਹ ਇਕੱਠੇ ਹੋਏ ਸੀ ਜੀ। ਉਹਨਾਂ ਨੇ ਵੀ ਉੱਥੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸੀ। ਕੱਲ ਜਿਹੜਾ ਤੁਸੀਂ ਫਰੀਦਕੋਟ ਵਾਲੀ ਗੱਲ ਕਹਿੰਦੇ ਹੋ, ਫਰੀਦਕੋਟ ਵਾਲੇ ਇਕੱਠ ਦੇ ਵਿੱਚ ਇੱਕ ਫੈਸਲਾ ਇਹ ਕੀਤਾ ਸੀ ਕਿ ਅੱਜ 15 ਤਾਰੀਖ ਹੈ ਨਾ, ਅੱਜ ਜਿਹੜੀ ਹੈਗੀ ਹੈ ਸ਼ਾਇਦ ਉਹਨਾਂ ਨੇ ਫਰੀਦਕੋਟ ਦੀ ਕਚਹਿਰੀ ਦੇ ਸਾਹਮਣੇ ਧਰਨਾ ਦੇਣਾ ਸੀ ਜੀ। ਔਰ ਅਗਲਾ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਪ੍ਰੋਟੈਸਟ ਕਰਨ ਵਾਸਤੇ, ਉਹ ਕੀਤਾ ਉਹਨਾਂ ਨੇ ਇਸ ਜਿਹੜਾ ਫੈਸਲਾ ਦਿੱਤਾ, ਸਿੰਗਲ ਜੱਜ ਦਾ ਫੈਸਲਾ ਹੈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲਾ, ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਕਰਨ ਵਾਸਤੇ 19 ਤਾਰੀਖ ਦੀ ਡੇਟ ਰੱਖੀ ਹੈ ਜੀ। 19 ਤਾਰੀਖ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਕਹਿੰਦੇ ਅਸੀਂ ਪ੍ਰਦਰਸ਼ਨ ਕਰਨੇ ਜੀ। ਔਰ ਕੁੰਵਰ ਵਿਜੇ ਪ੍ਰਤਾਪ ਨੇ ਜਿਸ ਢੰਗ ਦੇ ਨਾਲ ਸਵੈ ਇੱਛਕ ਰਿਟਾਇਰਮੈਂਟ ਮੰਗੀ ਹੈ, ਉਸ ਤੋਂ ਬਾਅਦ ਇੱਕ ਬਹੁਤ ਵੱਡਾ ਤਹਿਲਕਾ ਉਹਨੇ ਆਪਣਾ ਫਿਰ ਅਪਡੇਟ ਕਰਤਾ, ਕਹਿੰਦੇ ਮੈਂ ਸੇਵਾ ਕਰੂੰਗਾ ਸੁਸਾਇਟੀ ਦੀ, ਪਰ ਬਤੌਰ ਆਈਪੀਐਸ ਨਹੀਂ। ਔਰ ਉਹਦਾ ਨਤੀਜਾ ਇਹ ਹੋਇਆ ਕਿ ਉਹ ਤੋਂ ਬਾਅਦ ਕੱਲ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਮੁਲਾਕਾਤ ਵੀ ਹੁੰਦੀ। ਅੱਛਾ ਜੀ, ਜਿਹੜੀ ਆ ਬਾਲੀ ਚਰਚਾ 'ਚ ਨਹੀਂ ਆਈ ਨਹੀਂ ਉਹ ਥੋੜੀ ਬਹੁਤੀ, ਕਿਉਂਕਿ ਸੋਸ਼ਲ ਮੀਡੀਆ ਤੇ ਉਹਦੀ ਨਹੀਂ ਚਰਚਾ ਹੋਈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜੀ ਅੱਜ ਪੰਜਾਬੀ ਟ੍ਰਿਬਿਊਨ ਦੀ ਖਬਰ ਹੈ, ਉਹ ਦੱਸਦੀ ਹੈ ਕਿ 1 ਘੰਟਾ ਉਹਨਾਂ ਦੀ ਗੱਲਬਾਤ ਹੋਈ ਹੈ ਜੀ। ਉਸ 1 ਘੰਟੇ ਦੀ ਗੱਲਬਾਤ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਬਿਲਕੁਲ ਸ਼ਾਂਤ ਹੈ ਜੀ। ਔਰ ਅਮਰਿੰਦਰ ਸਿੰਘ ਹੋਣਾ ਨੇ ਇਹ ਗੱਲ ਕਹੀ ਹੈ ਕਿ ਮੈਂ ਕਮਿਟਮੈਂਟ ਕਰਦਾ ਕਿ ਪਹਿਲਾਂ ਵੀ ਤੁਹਾਡੇ ਨਾਲ ਸੀ ਤੇ ਹੁਣ ਵੀ ਡਟ ਕੇ ਤੁਹਾਡੇ ਨਾਲ ਜੀ। ਔਰ ਅਸੀਂ ਜਿਹੜੀ ਹੈਗੀ ਹੈ ਜੱਜਮੈਂਟ ਆ ਲੈਂਦੇ ਤੇ ਉਸ ਜੱਜਮੈਂਟ ਦੇ ਆਧਾਰ ਦੇ ਉੱਤੇ ਜੇ ਉਹਨੂੰ ਅਸੀਂ ਚੈਲੰਜ ਕਰਾਂਗੇ, ਜੇ ਲੋੜ ਪੈਂਦੀ ਹੈ ਡਿਵੀਜ਼ਨ ਬੈਂਚ 'ਚ ਇੱਥੇ ਕਰ ਦਿਆਂਗੇ, ਤੇ ਨਹੀਂ ਅਸੀਂ ਸੁਪਰੀਮ ਕੋਰਟ ਦੇ ਵਿੱਚ ਜੀ। ਪਰ ਇਹਦੇ ਨਾਲ ਇੱਕ ਹੋਰ ਗੱਲ ਹੈਗੀ, ਜਦੋਂ ਅਸੀਂ ਇਹ ਗੱਲ ਕਰਦੇ ਹਾਂ 20 ਤਾਰੀਖ ਨੂੰ ਇੱਕ ਹੋਰ ਜੱਜਮੈਂਟ ਆ ਰਹੀ ਹੈ ਜੀ। ਇਹ ਜਿਹੜੀ ਇਹ ਜੱਜਮੈਂਟ ਆਈ ਹੈ, ਇਹ ਜੱਜਮੈਂਟ ਹੈਗੀ ਹੈ ਕੋਟ ਕਪੂਰਾ ਵਾਲੇ ਕੇਸ ਨਾਲ ਸੰਬੰਧਿਤ। ਅੱਛਾ ਜੀ। ਜਿਹੜਾ ਬੱਤੀਆਂ ਵਾਲੇ ਚੌਕ ਦੇ ਵਿੱਚ ਤਸ਼ੱਦਦ ਹੋਇਆ ਸੀ, ਉਹ ਪਰਚਾ ਦਰਜ ਹੋਇਆ। ਦੂਜੀ ਜੱਜਮੈਂਟ ਜਿਹੜੀ ਹੈਗੀ ਹੈ ਉਹ ਆ ਰਹੀ ਹੈ 20 ਤਾਰੀਖ ਨੂੰ ਜੀ, 20 ਅਪ੍ਰੈਲ ਨੂੰ, ਉਹ ਹੈ ਬਾਈਬਲ ਕਲਾਂ ਵਾਲੀ। ਅੱਛਾ ਜੀ। ਜਿਹੜੀ ਇਹ ਹੈ, ਇਹ ਜਸਟਿਸ ਰਾਜਵੀਰ ਸਹਿਰਾਵਤ, ਪਤਾ ਨਹੀਂ ਕੁਛ ਇਹੋ ਜਿਹਾ ਨਾਮ ਸੀ ਉਹਨਾਂ ਦਾ ਜੀ,
ਜਿਹੜੀ ਆ ਹੁਣ ਜੱਜਮੈਂਟ ਆ ਰਹੀ ਹੈ, ਇੱਕ ਹੋਰ ਜੱਜ ਸਾਹਿਬ ਹੈ ਮੈਡਮ ਅਨੀਤਾ ਸਰੀਨ ਜੀ, ਉਹਨਾਂ ਦੀ ਕੋਰਟ ਦੇ ਵਿੱਚ ਇਹ ਹੈ। ਹੁਣ ਇਹਦੇ ਉੱਤੇ ਜਿਹੜੀ ਹੈਗੀ ਹੈ, ਅਸਲ ਦੇ ਵਿੱਚ ਜਿਹੜਾ ਸਾਰਾ ਜਿਹੜਾ ਦਾਰੋ ਮਦਾਰਾ ਉਹ ਇਹਦੇ ਤੇ ਹੈ, ਕਿਉਂਕਿ ਇਹ ਤਫਤੀਸ਼ ਵੀ ਕਮਰ ਵਿਜੇ ਪ੍ਰਤਾਪ ਸਿੰਘ ਕਰ ਰਹੇ। ਅੱਛਾ ਜੀ। ਇਹਦੇ ਤੇ ਹੋਣਾ ਹੈ। ਅੱਜ ਮੈਂ ਇੱਕ ਇੰਟਰਵਿਊ ਸੁਣੀ ਸੀਗੀ, ਨੀਲ ਭੁਲਿੰਦਰ ਹੋਰਾਂ ਨੇ ਇੰਟਰਵਿਊ ਕੀਤੀ ਸੀ ਇਹਨਾਂ ਨਾਲ, ਸੇਵਾ ਮੁਕਤ ਜਿਹੜੇ ਹੈਗੇ ਜਸਟਿਸ ਰਣਜੀਤ ਸਿੰਘ ਹੋਰਾਂ ਨਾਲ। ਰਣਜੀਤ ਸਿੰਘ ਹੋਰਾਂ ਨਾਲ ਉਹਨੇ ਜਿਹੜੀ ਗੱਲਬਾਤ ਕੀਤੀ ਸੀ, ਇਹਦੇ ਤੇ ਕੋਈ ਤੁਸੀਂ ਕੀ ਸਮਝਦੇ ਹੋ? ਤਾਂ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਡੇ 1 ਤੋਂ ਜੀ, ਜਿੱਦਣ ਤੋਂ ਮਤਲਬ ਇਹ ਮਾਮਲਾ ਸ਼ੁਰੂ ਹੋਇਆ ਉਦੋਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਜੁਡੀਸ਼ਰੀ ਵਾਲੇ ਪਾਸਿਓਂ ਰੋਕਾਂ ਪਾਈਆਂ ਜਾਂਦੀਆਂ ਜੀ। ਕਦੇ ਜਿਹੜੀ ਹੈਗੀ ਹੈ, ਜਿਹੜੀ ਤੁਹਾਡੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਉਹਨੂੰ ਚੁਣੌਤੀ ਦਿੱਤੀ ਜਾਂਦੀ ਹੈ, ਉਹਦੇ ਤੇ ਸਟੇ ਹੁੰਦਾ ਹੈ। ਕਦੇ ਫਿਰ ਜਿਹੜੀ ਹੈਗੀ ਹੈ ਅਗਾਂਹ ਜਿਹੜੀ ਐਕਸ਼ਨ ਟੇਕਨ ਰਿਪੋਰਟ ਹੈ ਉਹਦੇ ਤੇ ਸਟੇ ਹੁੰਦਾ ਹੈ ਜੀ। ਕਦੇ ਜਿਹੜੀ ਹੈਗੀ ਹੈ ਫਿਰ ਜਿਹੜੀ ਗ੍ਰਿਫਤਾਰੀਆਂ ਦੇ ਉੱਤੇ ਸਟੇ ਹੁੰਦਾ ਹੈ, ਐਂਟੀਸਪੇਟਰੀ ਜ਼ਮਾਨਤਾਂ ਮਿਲ ਜਾਣਗੀਆਂ। ਉਹਨਾਂ ਨੇ ਕਿਹਾ ਕਿ ਜਿਹੜਾ ਬਹੁਤ ਨੇੜਲੀ ਰੇਂਜ ਤੋਂ ਗੋਲੀਆਂ ਵੱਜੀਆਂ ਦੋਨਾਂ ਬੰਦਿਆਂ ਤੇ, ਬਹਿਬਲ ਕਲਾਂ, ਅੱਛਾ ਜੀ, ਕ੍ਰਿਸ਼ਨ ਭਗਵਾਨ ਔਰ ਗੁਰਜੀਤ ਸਿੰਘ ਹੋਰਾਂ ਦੇ, ਔਰ ਉਹ ਜਿਹੜੇ ਹੈਗੇ ਆ ਕੋਲਡ ਬਲੱਡਡ ਮਰਡਰ ਹੈ। ਔਰ ਜਿੱਥੇ ਮਤਲਬ ਜਾਣ ਬੁੱਝ ਕੇ ਮਰਡਰ ਕੀਤਾ ਹੋਵੇ ਉੱਥੇ ਕਦੇ ਵੀ ਜੀ ਐਂਟੀਸਪੇਟਰੀ ਬੇਲ ਨਹੀਂ ਮਿਲਦੀ, ਬਿਲਕੁਲ ਨਹੀਂ ਮਿਲਦੀ। ਔਰ ਇੱਥੇ ਕਹਿੰਦੇ ਐਂਟੀਸਪੇਟਰੀ ਬੇਲ ਵੀ ਮਿਲ ਗਈ ਤੇ ਰਹਿੰਦੀ ਖੂੰਦੀ ਕਸਰ ਜਿਹੜੀ ਹੈਗੀ ਹੈ ਉਹ ਇਹ ਗੱਲ ਕਰ ਦਿੱਤੀ ਹੈ ਕਿ ਜਿਹੜੀ ਹੈਗੀ ਹੈ ਰਣਜੀਤ ਸਿੰਘ ਆਪਣੀ ਤੁਹਾਡੀ ਕਮਰ ਵਿਜੇ ਪ੍ਰਤਾਪ ਵਾਲੀ ਜਿਹੜੀ ਹੈ SIT ਤੇ 4 ਸੀਟਾਂ ਵੀ ਜਿਹੜੀਆਂ ਉਹ ਰੱਦ ਕਰ ਦਿੱਤੀਆਂ। ਇੱਕ ਉਹਨਾਂ ਨੇ ਗੱਲ ਕਹੀ ਹੈ, ਉਹਨਾਂ ਨੇ ਇੱਕ ਹਵਾਲਾ ਵੀ ਦਿੱਤਾ ਸੀ, ਸ਼ਾਇਦ ਅੱਜ ਕਿਸੇ ਅੰਗਰੇਜ਼ੀ ਅਖਬਾਰ ਦੇ ਵਿੱਚ ਖਬਰ ਅੱਜ ਜਾਂ ਕੱਲ੍ਹ ਆਈ ਹੋਈ ਜੀ। ਸੁਪਰੀਮ ਕੋਰਟ ਦੀ ਕੋਈ ਜੱਜਮੈਂਟ ਆਈ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਹਿਤਾ ਕਿ ਜਦੋਂ ਮਾਮਲਾ ਜੀ ਟ੍ਰਾਇਲ ਕੋਰਟ ਚਲਾ ਜਾਵੇ ਫਿਰ ਜਿਹੜੀ ਉੱਪਰਲੀ ਅਦਾਲਤ ਹੈ ਉਹਨੂੰ ਉਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ, ਕਿਉਂਕਿ ਟ੍ਰਾਇਲ ਕੋਰਟ ਦੇ ਸਾਹਮਣੇ ਫਿਰ ਉਹ ਟ੍ਰਾਇਲ ਉਹ ਕਰ ਲੂਗੀ। ਉਹਨਾਂ ਦੇ ਕੋਲੇ ਜੇ ਸਬੂਤ ਹੈਗੇ ਤਾਂ ਉਹ ਸਜ਼ਾ ਦੇ ਦੂ, ਜੇ ਸਬੂਤ ਨਾ ਹੋਏ ਤਾਂ ਆਪੇ ਰੱਦ ਕਰ ਦੂ। ਟੈਕਨੀਕਲੀ ਜਿਹੜਾ ਤੁਸੀਂ ਉਹਨੂੰ ਕਰਦੇ ਹੋ ਉਹ ਗੱਲ ਠੀਕ ਨਹੀਂ ਜੀ। ਸੋ ਇਹਨੂੰ ਜਿੰਨਾ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਮੁੱਦਾ ਜਿਹੜਾ ਹੈਗਾ ਇਹ ਜਿਹੜਾ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਮੁੱਦਾ ਇਹ ਖਤਮ ਹੋ ਜਾਣਾ, ਸਗੋਂ ਨਿੱਤ ਦਿਨ ਮੁੱਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉੱਭਰਦਾ ਜੀ। ਬਿਲਕੁਲ ਤੁਹਾਡੀ ਗੱਲ ਹੈ। ਵੈਸੇ ਢਿੱਲੋਂ ਸਾਹਿਬ ਇੱਕ ਚੀਜ਼ ਦੱਸੋ ਵੀ ਹੁਣ ਜਦੋਂ ਹਾਈ ਕੋਰਟ ਇਹ ਧਰਨਾ ਲਾਉਣਗੀਆਂ ਅਦਾਲਤ ਦੇ ਖਿਲਾਫ, ਅਕਸਰ ਮੰਨਿਆ ਜਾਂਦਾ ਕਿ ਇੱਕ ਆਪਣੇ ਆਪ ਦੇ ਜੁਡੀਸ਼ਰੀ ਦੇ ਖਿਲਾਫ ਜਾਂ ਇਹ ਚੀਜ਼ ਦੇ ਧਰਨਾ ਲਾਉਣਾ, ਇਹ ਫਿਰ ਕਾਨੂੰਨੀ ਤੌਰ ਦੇ ਉੱਤੇ ਇਹਨੂੰ ਤੁਸੀਂ ਕਿਵੇਂ ਦੇਖੋਗੇ ਕਿ ਇਹ ਕੋਰਟ ਆਫ ਕੰਟੈਂਪਟ ਜਾਂ ਇਹੋ ਜਿਹੀਆਂ ਗੱਲਾਂ ਤਾਂ ਨਹੀਂ? ਧਰਨਾ ਜਾਂ ਪ੍ਰਦਰਸ਼ਨ ਜਿਹੜਾ ਹੈਗਾ ਇਹ ਇੱਕ ਡੈਮੋਕ੍ਰੈਟਿਕ ਰਾਈਟ ਹੈ, ਪਰ ਅਦਾਲਤਾਂ ਦੇ ਖਿਲਾਫ ਤਾਂ ਪਹਿਲੀ ਵਾਰੀ ਹੋ ਰਿਹਾ। ਇਹ ਕਨਸਟੀਟਿਊਸ਼ਨ ਨੇ ਦਿੱਤਾ ਔਰ ਇਹਦੇ ਬਾਰੇ ਵਿਆਖਿਆ ਵੀ ਕੀਤੀ ਹੋਈ ਹੈ ਜੀ। ਜੇ ਜਿੱਥੇ ਤੁਹਾਡੀ ਧਰਮ ਨਾਲ ਗੱਲ ਜੁੜੀ ਹੋਵੇ ਧਰਮ ਨਾਲ ਗੱਲ ਜੁੜੀ ਹੋਵੇ ਤਾਂ ਇਹਦੇ ਬਾਰੇ ਤਾਂ ਦਾਨੇਵਾਲ ਸਾਹਿਬ ਇਹ ਤੱਕ ਇੱਕ ਅਕੈਡਮਿਕ ਡਿਬੇਟ ਹੋਣੀ ਚਾਹੀਦੀ ਹੈ ਬਿਲਕੁਲ ਕਿ ਧਾਰਮਿਕ ਮੁੱਦਿਆਂ ਦੇ ਉੱਤੇ ਜੇ ਕਿਸੇ ਫਿਰਕੇ ਦੇ ਕਿਸੇ ਜਿਹਦੀ ਧਰਮ ਦੇ ਨਾਲ ਜਿਹੜੀ ਹੈ ਹਰ ਜਿਹੜਾ ਵਿਅਕਤੀ ਹੈ ਉਹਦਾ ਕੋਈ ਨਾ ਕੋਈ ਧਰਮ ਹੁੰਦਾ ਧਰਮ ਦੇ ਨਾਲ ਧਰਮ ਬਹੁਤ ਨਾਜ਼ੁਕ ਵਿਸ਼ਾ ਹੈ ਜੀ। ਇਸ ਨਾਜ਼ੁਕ ਵਿਸ਼ੇ ਦੇ ਉੱਤੇ ਕੋਈ ਡਿਸੀਜਨ ਲੈਣ ਤੋਂ ਪਹਿਲਾਂ ਅਦਾਲਤਾਂ ਨੂੰ ਵੀ 1000 ਵਾਰ ਸੋਚਣਾ ਪੈਂਦਾ ਤੇ 1000 ਵਾਰ ਸੋਚਣਾ ਚਾਹੀਦਾ। ਐਡੀ ਜਲਦਬਾਜ਼ੀ ਦੇ ਵਿੱਚ ਕਦੇ ਇਹੋ ਜਿਹਾ ਫੈਸਲਾ ਨਹੀਂ ਲੈਣਾ ਚਾਹੀਦਾ। ਉਹਦੇ ਤੇ ਮਤਲਬ ਦੇਖਣ ਵਾਲੀ ਗੱਲ ਹੈ। ਤੇ ਜੇ ਨਹੀਂ ਤਾਂ ਫਿਰ ਇਹ ਅੰਦਰੀ ਜੇ ਤੁਹਾਡਾ ਜਿਹੜਾ ਹੈਗਾ ਲਾਵਾ ਇਕੱਠਾ ਹੋਈ ਗਿਆ ਤਾਂ ਫਿਰ ਇੱਕ ਦਿਨ ਪਟਾਕਾ ਪਊਗਾ। ਇਹ ਜਿਹੜੀ ਆਹੀ ਚੀਜ਼ ਹੈ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀ ਆਪਾਂ ਸ਼ਾਇਦ ਕਿਸੇ ਪ੍ਰੋਗਰਾਮ ਦੇ ਵਿੱਚ ਕਿ ਇਹ ਸਟੇਟ ਹੈ। ਜੁਡੀਸ਼ਰੀ ਨੂੰ ਅਸੀਂ ਸਟੇਟ ਤੋਂ ਅਲੱਗ ਨਹੀਂ ਕਰ ਸਕਦੇ। ਜੁਡੀਸ਼ਰੀ ਵੀ ਸਟੇਟ ਦਾ ਇੱਕ ਹਿੱਸਾ ਹੈ। ਸਟੇਟ ਦੀ ਰਿਸਪੌਂਸਿਬਿਲਟੀ ਹੈ ਜੀ, ਕਿਉਂਕਿ ਜਿਹੜੀ ਸਾਡਾ ਕਨਸਟੀਟਿਊਸ਼ਨ ਹੈ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਅਸੀਂ ਭਾਰਤ ਨੂੰ ਇੱਕ ਧਰਮ ਨਿਰਪੱਖ ਦੇਸ਼ ਮੰਨੇ। ਧਰਮ ਨਿਰਪੱਖ ਦਾ ਮਤਲਬ ਇਹ ਨਹੀਂ ਕਿ ਕਿਸੇ ਦਾ ਕੋਈ ਧਰਮ ਹੈ ਨਹੀਂ ਜੀ, ਕਿ ਸਟੇਟ ਦਾ ਕੋਈ ਧਰਮ ਨਹੀਂ। ਸਟੇਟ ਜਿਹੜੀ ਹੈਗੀ ਹੈ ਉਹਦੇ ਲਈ ਸਾਰੇ ਧਰਮ ਬਰਾਬਰ ਹੈ ਜੀ। ਸਟੇਟ ਜਿਵੇਂ ਹੁਣ ਪਾਕਿਸਤਾਨ ਦੇ ਵਿੱਚ ਹੈ ਉਹ ਕਹਿੰਦੇ ਇਸਲਾਮਿਕ ਹੈ, ਉਹਨਾਂ ਦਾ ਦੇਸ਼ ਇਸਲਾਮਿਕ ਹੈ। ਤੁਹਾਡੀ ਇੱਥੇ ਨੇਪਾਲ ਦੇ ਵਿੱਚ ਜਿੰਨੀ ਦੇਰ ਰਾਜਾਸ਼ਾਹੀ ਰਹੀ ਹੈ ਉਨੀ ਦੇਰ ਤੱਕ ਉਹਨੂੰ ਹਿੰਦੂ ਸਟੇਟ ਮੰਨਿਆ ਗਿਆ। ਬਿਲਕੁਲ ਹੁਣ ਉਹ ਗਣਰਾਜ ਮੰਨਿਆ ਗਿਆ। ਭਾਰਤ ਇੱਕ ਗਣਰਾਜ ਹੈ, ਇੱਕ ਡੈਮੋਕ੍ਰੈਟਿਕ ਹੈ, ਇੱਕ ਜਿਹੜੀ ਹੈਗੀ ਸੈਕੂਲਰ ਦੇਸ਼ ਹੈ। ਇਹਦਾ ਕੋਈ ਧਰਮ ਨਹੀਂ, ਧਰਮ ਨਿਰਪੱਖ ਹੈ। ਪਰ ਜੇ ਕਿਸੇ ਧਰਮ ਦੇ ਨਾਲ ਕਿਸੇ ਕਿਸਮ ਦਾ ਕੋਈ ਥੋੜੀ ਬਹੁਤੀ ਛੇੜਛਾੜ ਹੁੰਦੀ ਹੈ ਔਰ ਉਹਨਾਂ ਨੂੰ ਲੱਗੇ ਕਿ ਸਾਡੇ ਧਰਮ ਨਾਲ ਇਹ ਕੁਛ ਹੁੰਦੀ ਹੈ, ਹੁਣ ਇਹੀ ਤਾਂ ਜਿਹੜੀ ਵੱਡੀ ਗੱਲ ਹੈ। ਜੋ ਇੰਦਰਾ ਗਾਂਧੀ ਵਾਲਾ ਆਪਰੇਸ਼ਨ ਬਲੂ ਸਟਾਰ ਵਾਲੀ ਆਪਾਂ ਗੱਲ ਕਰਕੇ ਹਟੇ ਉਹ ਵੀ ਤਾਂ ਧਰਮ ਕਰਕੇ ਹੋਈ ਸੀ। ਚਲੋ ਸਭ ਹੁਣ ਆ ਜਾਈਏ ਆਪਾਂ, ਜਦੋਂ ਕਰੋਨਾ ਪਿਛਲੇ ਇਹਨਾਂ ਦਿਨਾਂ 'ਚ ਆਈ ਤਾਂ ਲਾਲਾ ਕਰਤੀ ਸੀ ਵੀ ਤਬਲੀਗੀਆਂ ਕਰਕੇ। ਪਰ ਹੁਣ ਤੁਸੀਂ ਦੇਖੋ ਕੁੰਭ ਦੇ ਵਿੱਚ ਸਾਡੇ ਯੂਪੀ ਦੇ ਮੁੱਖ ਮੰਤਰੀ ਜੀ ਵੀ ਜਾਂਦੇ ਨੇ, ਹੋਰ ਵੀ ਜਾਂਦੇ ਨੇ ਜੀ। ਹੁਣ ਕਹਿਣਾ ਤਾਂ ਨਹੀਂ ਚਾਹੀਦਾ ਵੀ ਉੱਥੇ ਨਾਗੇ ਸਾਧੂ ਵੀ ਸੀ, ਬਿਲਕੁਲ
ਠੀਕ ਹੈ, ਲੰਗੋਟ ਪਾਏ ਸਾਧੂ ਵੀ ਸੀ ਤੇ ਹੋਰ ਵੀ ਸੀ। ਚਲੋ ਹਾਂ, ਠੀਕ ਹੈ, ਉਹ ਜਿਵੇਂ ਉਹਨਾਂ ਦਾ ਕੋਈ ਕੀਤਾ ਹੈ। ਹਾਂਜੀ, ਪਰ ਭੀੜ ਜਿਵੇਂ ਸੀਗੀ, ਹਾਂਜੀ। ਹੁਣ ਕਰੋਨਾ ਦਾ ਕੋਹਰਾਮ ਮੱਚਿਆ ਹੋਇਆ ਹਾਂਜੀ, ਤੇ ਯੋਗੀ ਸਾਹਿਬ ਵੀ ਪੋਜ਼ਿਟਿਵ ਆ ਗਏ ਤੇ ਨਾਲ ਕਹਿੰਦੇ ਹੋਰ ਬੜੇ ਪੋਜ਼ਿਟਿਵ ਆ ਗਏ। ਅਖਿਲੇਸ਼ ਯਾਦਵ ਵੀ ਪੋਜ਼ਿਟਿਵ ਆ ਗਿਆ। ਅੱਛਾ ਜੀ। ਅਖਿਲੇਸ਼ ਯਾਦਵ ਦਾ ਹਾਲੇ ਪਤਾ ਨਹੀਂ ਮੈਨੂੰ ਇੱਥੇ ਗਿਆ ਕਿ ਨਹੀਂ ਗਿਆ। ਜੋਗੀ ਜੀ ਦੇ ਇੱਕ ਮੰਤਰੀ ਵੀ ਪੋਜ਼ਿਟਿਵ ਆ ਗਏ। ਅੱਛਾ। ਤੇ ਜੋਗੀ ਜੀ ਮਤਲਬ ਜਿੰਨਾ ਥਾਵਾਂ ਤੇ ਜਾ ਕੇ ਆਏ ਹੈ, ਉਹ ਬੰਗਾਲ ਵੀ ਜਾ ਕੇ, ਉਹ ਅਸਾਮ ਵੀ ਜਾ ਕੇ ਜੀ, ਉਹ ਕਿੰਨੇ ਲੋਕਾਂ ਦੇ ਸੰਪਰਕ ਦੇ ਵਿੱਚ ਆਏ ਹੋਣਗੇ। ਹੂੰ। ਹੁਣ ਜੋਗੀ ਜੀ ਜਦੋਂ ਮਤਲਬ ਪੋਜ਼ਿਟਿਵ ਆਏ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਟਾਫ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਕੁਆਰੰਟੀਨ ਹੋ ਜਾਓ। ਮੈਂ ਆਪਣੇ ਸਟਾਫ ਦੇ ਸੰਪਰਕ 'ਚ ਆ ਗਿਆ ਸੀ। ਉਹ ਤਾਂ ਪਰ ਜਿਹੜੀ ਆ ਤਸਵੀਰ ਆਈ ਜਾਂਦੀ ਹੈ, ਉਹ ਇਸ਼ਨਾਨ ਕਰਦੇ ਕੁੰਭ ਚੋਂ ਕਿਹਨੂੰ ਉਹ ਕਿੰਨੇ ਬੰਦੇ ਨੇ, ਉਹ ਤਾਂ ਜਿਹੜੀਆਂ ਰਿਪੋਰਟਾਂ ਹੁਣ ਤਾਂ ਮੇਰੇ ਖਿਆਲ ਵੱਧ ਗਏ ਹੋਣੇ ਆ, ਅੰਕੜਾ ਵੱਧ ਗਿਆ ਹੋਣੇ। ਕੱਲ ਸ਼ਾਮ ਤੱਕ ਦਾ ਅੰਕੜਾ ਸੀ ਕਿ ਕੁੰਭ ਦੇ ਵਿੱਚ ਜਿਹਨਾਂ ਲੋਕਾਂ ਨੇ ਇਸ਼ਨਾਨ ਕੀਤਾ, ਹਾਲਾਂਕਿ ਇਹ ਗੱਲ ਕਹੀ ਗਈ ਕੁੰਭ ਵਾਲੇ ਪਾਸਿਓਂ ਕਿ ਜਿਹੜੀ ਹੈਗੀ ਲੈ ਕੇ ਹਰਿਦੁਆਰ ਤੋਂ ਜੀ ਰਿਸ਼ੀਕੇਸ਼ ਥਾਮ ਤੱਕ 16 ਥਾਵਾਂ ਦੇ ਉੱਤੇ ਕਹਿੰਦੇ ਜੀ ਸਾਡਾ ਹੈ ਜਿਹੜੇ ਉਹ ਘਾਟ ਬਣੇ ਜਿੱਥੇ ਇਸ਼ਨਾਨ ਹੋਣੇ। ਤੇ ਇਹ ਵੀ ਕਹਿ ਦਿੱਤਾ ਹੈ ਉੱਥੋਂ ਦੇ ਮੁੱਖ ਮੰਤਰੀ ਨੇ, ਕਹਿੰਦੇ ਜੀ ਗੰਗਾ ਦਾ ਤਾਂ ਪਾਣੀ ਬੜਾ ਪਵਿੱਤਰ ਹੈ, ਵੀ ਪਾਪ ਧੋਂਦੀ ਹੈ। ਤੇ ਪਰ ਨਾਲ ਇਹ ਵੀ ਗੱਲ ਆ ਗਈ ਕਿ 1000 ਤੋਂ ਵੱਧ ਜਿਹੜੇ ਹੈਗੇ ਸਾਧੂ ਫਕੀਰ ਜਿਹੜੇ ਉੱਥੇ ਲੋਕ ਗਏ ਸੀ, ਉਹ ਪੋਜ਼ਿਟਿਵ ਆ ਗਏ। 1000 ਤੁਸੀਂ ਫਿਰ ਜਿੰਨਾ ਅਖਾੜਿਆਂ 'ਚ ਹੋ ਗਏ ਵੱਜੇ ਗਏ ਆ, ਕੂਣੀ ਹੋਇਆ, ਹੋਰ ਹੋਇਆ। ਜਿਹੜਾ ਇਸ ਵੇਲੇ ਜਿਹੜੀ ਪਰਲੋ ਆਈ ਪਈ ਹੈ ਭਾਰਤ ਦੇ ਵਿੱਚ, ਸ਼ਾਇਦ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ ਰਾਜ ਮੇਰਾ ਖਿਆਲ ਕਿ ਜਿਹੜੀਆਂ ਡੈੱਡ ਬੋਡੀ ਕਈ ਸਟੇਟਾਂ ਦੇ ਵਿੱਚ ਤਾਂ ਡੈੱਡ ਬੋਡੀਜ਼ ਦੇ ਜਿਹੜਾ ਡਿਸਪੋਜ਼ ਆਫ ਕਰਨ ਦਾ, ਸੰਸਕਾਰ ਕਰਨ ਦੀ ਪ੍ਰੋਬਲਮ ਆਈ ਪਈ ਹੈ। ਅੱਛਾ ਜੀ। ਔਰ ਇਹ ਇਸ ਕਿਸਮ ਦੇ ਹਾਲਾਤ ਬਣ ਗਏ ਜਿਵੇਂ ਕਦੇ ਹੁੰਦੀ ਸੀ ਉਹਦੇ ਵੇਲੇ ਪਲੇਗ ਵੇਲੇ ਮਤਲਬ ਇੱਕ ਬੰਦੇ ਦਾ ਸੰਸਕਾਰ ਕਰਕੇ ਘਰੇ ਵਾਪਸ ਆਉਂਦੇ ਸੀ, ਦੂਜਾ ਤਿਆਰ ਪਿਆ ਹੁੰਦੇ। ਜਿਵੇਂ ਆਪਣੇ ਰਾਸ਼ੀ ਆਏ ਸੀ, ਉਹ ਕਹਿੰਦੇ ਰਾਮ ਨਾਮ ਸੱਤ ਕਰਾਉਣਾ। ਤੁਹਾਨੂੰ ਪਤਾ ਉਸ ਚੀਜ਼ ਦਾ? ਨਹੀਂ, ਮੈਨੂੰ ਪਤਾ। ਉਹ ਅਸਲ ਦੇ ਵਿੱਚ ਗੱਲ ਇਹ ਸੀ ਨਾ ਕਿ ਉਦੋਂ ਜਦੋਂ ਬੰਦੇ ਮਰ ਗਏ, ਜ਼ਿਆਦਾ ਮੌਤਾਂ ਹੋਣ ਲੱਗ ਗਈਆਂ, ਚੱਕਣ ਵਾਲੇ ਬੰਦੇ ਨਾ ਰਹੇ। ਰਾਸ਼ੀ ਕਸ਼ਮੀਰ ਚੋਂ ਆਉਂਦੇ ਹੁੰਦੇ ਸੀ, ਲੱਕੜਾਂ ਪਾੜਨ ਆਉਂਦੇ ਸੀ, ਲੱਕੜਾਂ ਪੜਵਾਉਣੀਆਂ ਵੀ ਪੈਂਦੀਆਂ ਸੀ ਉਹਨਾਂ ਚ। ਨਾਲੇ ਉਦੋਂ ਤਾਂ ਰਿਵਾਜ ਸੀਗਾ ਕਿ ਜੇ ਸੰਸਕਾਰ, ਜੇ ਕੋਈ ਬੰਦਾ ਮਰ ਗਿਆ ਤੇ ਤਾਜ਼ੀ ਲੱਕੜ ਪਾੜ ਕੇ, ਤਾਜ਼ੀ ਲੱਕੜ ਨਾਲ ਹੁੰਦਾ ਸੀ। ਉਹ ਉਹਨਾਂ ਨੇ ਫਿਰ ਜਿਹਦੇ ਕਿਹਾ ਵੀ ਚਲੋ ਆਪਣੇ ਪੰਜਾਬ ਦੀ ਗੱਲ ਹੀ ਹੈ, ਉਹਨੇ ਕਿਹਾ ਵੀ ਇਹ ਹੁਣੇ ਬੰਦੇ ਆਏ, ਉਹ ਕਹਿੰਦੇ ਯਾਰ ਗੱਲ ਇਹ ਹੈ ਵੀ ਤੁਸੀਂ ਨਾਲ ਤਾਂ ਲੈ ਕਰੋ, ਤੁਹਾਨੂੰ ਅਸੀਂ ਪੈਸੇ ਦੇ ਦਿਆਂਗੇ ਤੇ ਆ ਸਾਡੇ ਬੰਦੇ ਦਾ ਸੰਸਕਾਰ ਕਰ ਦਿਓ। ਉਹ ਬੰਦੇ ਫਿਜ਼ੀਕਲੀ ਆਪਣੇ ਨਾਲ ਤਕੜੇ ਹੁੰਦੇ ਆ, ਰਾਸ਼ੀ ਕਸ਼ਮੀਰੀ, ਕਹਿੰਦੇ ਜੀ ਕਰ ਦਿਆਂਗੇ। ਕਰਨਾ ਕੀ ਹੈ ਉਹਨਾਂ ਦੀ ਬੋਲੀ? ਉਹ ਕਹਿੰਦੇ ਹੋਰ ਕੁਛ ਨਹੀਂ ਕਰਨਾ, ਤੁਸੀਂ ਇਹੋ ਹੀ ਕਰਨਾ ਕਿ ਰਾਮ ਨਾਮ ਸੱਤ ਹੈ, ਇਹਨੂੰ ਚੱਕੀ ਜਾਓ ਤੇ ਨਾਲ ਇਹ ਬੋਲਦੇ ਜਾਓ ਰਾਮ ਨਾਮ ਸੱਤ ਹੈ, ਤੇ ਜਾ ਕੇ ਸੰਸਕਾਰ ਕਰ ਦਿਓ। ਉਹਦੇ ਠੀਕ ਆ ਜੀ, ਉਹ ਕਰੀ ਗਏ ਜੀ, 4 ਪੈਸੇ ਬਣਨ ਲੱਗੇ। ਉਹ ਤੋਂ ਬਾਅਦ ਉਹ ਕੰਮ ਮੁੱਕ ਗਿਆ, ਉਹ ਬਾਬ ਸਾਹਿਬ ਦੇ ਚਲੇ ਗਏ। ਹਾਂਜੀ। ਜਦੋਂ ਮੁੜ ਕੇ ਆਏ ਅਗਲੀ ਵਾਰੀ ਤੇ ਫਿਰ ਉਹ ਭੁੱਲ ਗਿਆ ਕਿ ਵੀ ਉਹ ਭਾਈ ਕੀ ਉਹ ਜਦ ਬਾਹਰ ਖੜਕਾਉਣ, ਅਗਲਾ ਕਹਿੰਦੇ ਹਾਂਜੀ ਦੱਸੋ ਕਿ ਉਹ ਕਹਿੰਦੇ ਰਾਮ ਨਾਮ ਸੱਤ ਕਰਾਉਣਾ ਹੈ। ਉਹ ਇਸ ਤਰ੍ਹਾਂ ਫਿਰ ਲੋਕਾਂ ਤੋਂ ਕੁੱਟ ਖਾਣ ਵਾਲੀ ਗੱਲ ਹੋ ਗਈ ਸੀ। ਇਹ ਹੁਣ ਉਹ ਹਾਲਤ ਬਣੀ ਪਈ ਹੈ। ਇੰਨੀ ਤਾਂ ਭਿਆਨਕ ਹਾਲਤ ਮੇਰਾ ਖਿਆਲ ਹੈ ਪਹਿਲਾਂ ਕਦੇ ਭਾਰਤ ਦੇ ਵਿੱਚ ਹੋਈ ਨਹੀਂ ਸੀ। ਔਰ ਇਹਦੇ ਲਈ ਜ਼ਿੰਮੇਵਾਰ ਅਸੀਂ ਕੌਣ ਹੈ? ਖਾਸ ਕਰਕੇ ਜਿਹੜੇ ਧਾਰਮਿਕ ਲੋਕ ਹੁੰਦੇ ਹੈ, ਧਾਰਮਿਕ ਲੋਕਾਂ ਨੂੰ ਸਮਾਜ ਲਈ ਸ਼ੀਸ਼ਾ ਸਮਝਿਆ ਜਾਂਦਾ ਹੈ। ਬਿਲਕੁਲ, ਕਿ ਉਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੈ ਤੇ ਜੀ ਉਹੀ ਪੁੱਠੇ ਪਾਸੇ ਨੂੰ ਜਾਣਗੇ। ਇੱਥੇ ਤਾਂ ਉਹਨਾਂ ਨੇ ਸਾਰੀ ਮੈਡੀਕਲ ਸਾਇੰਸ ਹੀ ਫੇਲ ਕਰਤੀ। ਬਿਲਕੁਲ। ਔਰ ਇਹ ਮੈਡੀਕਲ ਸਾਇੰਸ ਫੇਲ ਕਰਵਾਉਣ ਦੇ ਵਿੱਚ ਸਾਡੇ ਵੱਡੇ ਲੋਕ ਵੀ ਹੈ। ਜਦੋਂ ਉਹ ਕਹਿੰਦੇ ਕਿ ਜੇ ਕਰੋਨਾ ਆ ਗਿਆ ਤਾਂ ਜੀ ਇੱਥੇ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਗਏ ਸੀ, ਤੇ ਇੱਕ ਸ਼੍ਰੀਮਾਨ ਨੇ ਕਹਿੰਦਾ ਮੈਂ ਤਾਂ ਜੀ ਮੋਦੀ ਭਗਤਾਂ ਕਰੋਨਾ ਭਜਾ ਕੇ ਆਇਆ। ਹਾਂ, ਮੈਂ ਤਾਂ ਕਹਿੰਦਾ ਉਹ ਟੱਲੀਆਂ ਖੜਕਾਉਂਦਾ ਫਿਰਦਾ ਸੀ ਗਲੀਆਂ ਦੇ ਵਿੱਚ, ਤੁਹਾਨੂੰ ਸਰਵਾਈਕਲ ਦੀ ਪ੍ਰੋਬਲਮ ਯਾਦ ਆ ਨਾ? ਬਿਲਕੁਲ ਟੱਲੀਆਂ ਨਾਲ ਭਜਾਉਂਦਾ ਸੀ ਮੋਦੀ ਭਗਤ। ਪਰ ਢਿੱਲੋਂ ਸਾਹਿਬ, ਆਪਾਂ ਕੁੰਭ ਦੀ ਗੱਲ ਵੀ ਵਿੱਚ ਛੇੜੀ ਹੈ। ਤਬਲੀਗੀ ਮਰਕਜ਼ ਦੀ ਤੁਲਨਾ ਕਹਿੰਦੇ ਨਹੀਂ ਕੀਤੀ ਜਾ ਸਕਦੀ ਕੁੰਭ ਤੇ ਆਪਸ ਵਿੱਚ, ਇਹਨਾਂ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ। ਕਿਹਨੇ ਕਿਹਾ? ਇਹ ਜੀ ਤੀਰਥ ਸਿੰਘ ਰਾਵਤ ਹੈ, ਜਿਹੜੇ ਹੁਣੇ ਉੱਤਰਾਖੰਡ ਦੇ ਮੁੱਖ ਮੰਤਰੀ ਬਣੇ। ਅੱਛਾ ਜੀ। ਇਹਨਾਂ ਦਾ ਜਿਹੜਾ ਹੈਗਾ ਜੀ, ਜਿਹੜੀ ਇਹਨਾਂ ਦੀ ਸ਼ੁਰੂਆਤ ਹੈ ਰਾਜਨੀਤੀ ਦੀ, ਉਹ RSS ਤੋਂ ਹੁੰਦੀ ਹੈ। ਅੱਛਾ ਜੀ। ਵੈਸੇ ਤਾਂ ਅੱਜ ਕੱਲ੍ਹ ਇਹ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਹੁਕੂਮਤ ਹੈ, ਬਗੈਰ RSS ਦੇ ਬੰਦੇ ਤੋਂ ਤਾਂ ਮੁੱਖ ਮੰਤਰੀ ਬਣਾਉਂਦੇ ਨਹੀਂ। ਆ ਵਿਚਾਰਾ ਅਨਿਲ ਵਿੱਚ ਜਾਂਗੀ ਜੂਗੀ ਸਮਾਈ ਬੈਠਾ ਸੀ ਜੀ, ਵੀ ਮੈਂ ਤਾਂ ਬਣ ਹੀ ਜਾਣਾ। ਹਾਂਜੀ। ਉਹ ਪਤਾ ਹੀ ਨਹੀਂ ਸੀ, ਜਿਹੜੇ ਵੇਲੇ ਚੱਕ ਕੇ ਲਿਆ ਕੇ ਤੇ ਕਹਿੰਦੇ ਜੀ ਨਹੀਂ ਆ ਗਏ ਤੁਹਾਡੇ ਮਨੋਹਰ ਲਾਲ ਖੱਟਰ ਜੀ ਆ ਗਏ। ਤੇ ਹੁਣ ਮਨੋਹਰ ਲਾਲ ਖੱਟਰ ਜੀ ਗ੍ਰਹਿ ਮੰਤਰੀਆਂ ਨੂੰ ਪੁੱਛਦੇ ਨਹੀਂ ਜੀ, ਤੁਰੇ ਫਿਰਦੇ ਲਮਕੀ ਜਾਂਦਾ। ਚਲੋ ਵੀ ਗ੍ਰਹਿ ਮੰਤਰੀ ਵਾਲਾ ਮਾਮਲਾ ਕਿ ਪਾਵਰਾਂ ਉਹਨਾਂ ਨੇ ਸਾਰੀਆਂ ਆਪਦੇ ਕੋਲੇ ਰੱਖੀਆਂ ਵੀ। ਹੋਇਆ ਕੀ ਕਿ ਜਦੋਂ ਪਿਛਲੀ ਵਾਰੀ ਕਰੋਨਾ ਦਾ ਵਿਸਫੋਟ ਹੋਇਆ ਜੀ, ਉਦੋਂ ਤਬਲੀਗੀ ਜਮਾਤ ਦਾ ਜਿਹੜਾ ਨਿਜ਼ਾਮੂਦੀਨ ਦੇ ਵਿੱਚ ਮਰਕਜ਼ ਹੈ, ਜਿਹਨੂੰ ਕੇਂਦਰ ਕਹਿ ਸਕਦੇ ਆਪਾਂ, ਉਸ ਕੇਂਦਰ ਦੇ ਵਿੱਚ ਇਹਨਾਂ ਦਾ ਸਮਾਗਮ ਚੱਲਦਾ ਸੀ ਜੀ। ਉਦੋਂ ਉਹਨਾਂ ਨੇ ਅਪਰੋਚ ਕੀਤੀ ਵੀ ਜਦੋਂ ਸਮਾਗਮ ਚੱਲ ਪਿਆ, ਲਾਕਡਾਊਨ ਲੱਗੀ ਜੀ, ਸਾਨੂੰ ਮਤਲਬ ਜਿਹੜੀ ਹੈਗੀ ਆਪਣੇ ਬੰਦਿਆਂ ਨੂੰ ਇੱਥੋਂ ਮਰਕਜ਼ ਦੇ ਵਿੱਚੋਂ ਕੱਢ ਕੇ ਹੋਟਲਾਂ ਵਗੈਰਾ ਧਰਮਸ਼ਾਲਾਵਾਂ 'ਚ ਠਹਿਰਾਉਣ ਦੀ ਇਜਾਜ਼ਤ ਦਿੱਤੀ ਜਾਵੇ। ਅਸੀਂ ਇਹਨਾਂ ਨੂੰ ਕੱਢ ਲਈਏ ਲਾਕਡਾਊਨ ਦੇ, ਸਾਨੂੰ ਪਾਸ ਦੇ ਦਿਓ ਗੱਡੀਆਂ ਵਗੈਰਾ ਨੂੰ। ਲੇਕਿਨ ਨਾ
ਭਾਰਤ ਸਰਕਾਰ ਨੇ ਦਿੱਤੇ ਤੇ ਨਾ ਹੀ ਦਿੱਲੀ ਸਰਕਾਰ ਨੇ ਦਿੱਤੇ। ਜੀ। ਜਦੋਂ ਬਿਮਾਰੀ ਉੱਥੇ ਫੈਲ ਗਈ ਤੇ ਫਿਰ ਉਹਨਾਂ ਨੂੰ ਚੱਕ ਕੇ ਲਿਜਾ ਕੇ ਦਾਖਲ ਵੀ ਕਰਵਾਇਆ। ਉਹਨਾਂ ਦੇ ਪ੍ਰਤੀ ਬਹੁਤ ਨਕਾਰਾਤਮਕ ਟਿੱਪਣੀਆਂ ਵੀ ਕੀਤੀਆਂ। ਇਹ ਕਿਹਾ ਗਿਆ ਜੀ ਤਾਂ ਸਟਾਫ ਦੇ ਨਾਲ ਵੀ ਮਿਸਬਿਹੇਵ ਕਰਦੇ ਆ ਵਗੈਰਾ ਵਗੈਰਾ। ਪਰ ਉਹਨਾਂ ਦਾ ਜਿਹੜਾ ਮਨੁੱਖੀ ਪੱਖ ਆ, ਇਹ ਦੇਖੋ ਕਿ ਜਦੋਂ ਲੋਕ ਠੀਕ ਹੋ ਗਏ ਜੀ, ਠੀਕ ਹੋਣ ਤੋਂ ਬਾਅਦ ਫਿਰ ਉਹਨਾਂ ਨੇ ਪਲਾਜ਼ਮਾ ਵੀ ਡੋਨੇਟ ਕੀਤਾ ਸੀ। ਹਾਂ ਬਿਲਕੁਲ ਯਾਦ ਹੈ ਜੀ। ਯਾਦ ਹੈ ਨਾ ਤੁਹਾਡੀ? ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਮੁਕੱਦਮੇ ਚੱਲੇ, ਕਹਿੰਦੇ ਫਿਰ ਇਹਨਾਂ ਨੇ ਇਹ ਗੱਲ ਕਹੀ RSS ਵਾਲੇ ਨੇ, ਕਹਿੰਦੇ ਜੀ ਇਹ ਇੱਕ ਜਿਹੜਾ ਹੈਗਾ ਕਰੋਨਾ ਜਹਾਜ਼ ਸ਼ੁਰੂ ਕੀਤਾ ਭਾਰਤ ਦੇ ਖਿਲਾਫ। ਅੱਛਾ ਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਆਏ ਵੀ ਔਰ ਉਹ ਕਰੋਨਾ ਨਾਲ ਲੈ ਕੇ ਆਏ ਸੀ ਤੇ ਇੱਥੇ ਉਹਨਾਂ ਨੇ ਕਰੋਨਾ ਜਹਾਜ਼ ਸ਼ੁਰੂ ਕਰਤਾ ਜੀ। ਅਦਾਲਤਾਂ 'ਚ ਕੇਸ ਗਏ, ਅਦਾਲਤਾਂ ਨੇ ਇੱਕ ਇੱਕ ਕਰਕੇ ਬਹੁਤ ਸਾਰੇ ਕੇਸ ਖਾਰਜ ਕਰਤੇ। ਅੱਛਾ ਜੀ। ਔਰ ਅਦਾਲਤਾਂ ਨੇ ਸਵਾਲ ਉਠਾਇਆ ਕਿ ਜੋ ਕਰੋਨਾ ਜਹਾਜ਼ ਕਰਨ ਵਾਸਤੇ ਆਏ ਸੀ, ਕਰੋਨਾ ਦੀ ਨਾਲ ਲਾਗ ਲੈ ਕੇ ਆਏ ਸੀ, ਉਹ ਸਿੱਧੇ ਤਾਂ ਆਏ ਨਹੀਂਗੇ ਵੀ ਉੱਡ ਕੇ ਆ ਗਏ ਤੇ ਉਹਨਾਂ ਟੈਸਟ ਉਹਨਾਂ ਨੂੰ ਜਿਹੜਾ ਹੈਗਾ ਵੀਜ਼ਾ ਕਿਹਨੇ ਦਿੱਤਾ, ਉਹਦਾ ਜਵਾਬ ਦਿਓ। ਵੀਜ਼ਾ ਤਾਂ ਭਾਰਤ ਸਰਕਾਰ ਨੇ ਦਿੱਤਾ, ਤੁਸੀਂ ਵੀਜ਼ਾ ਉਹਨਾਂ ਨੂੰ ਕਿਉਂ ਦਿੱਤਾ? ਉਹ ਮਾਮਲਾ ਚਲੋ ਠਪਾਇਆ ਗਿਆ। ਹੁਣ ਹੋਇਆ ਕੀ ਕਿ ਆਹ ਮਹੀਨਾ ਜਿਹੜਾ ਚੱਲਦਾ ਹੈ ਉਹ ਰਮਜ਼ਾਨ ਦਾ ਮਹੀਨਾ ਜੀ। ਉਹਨਾਂ ਨੇ ਜੀ ਆ ਕੇ ਜਦੋਂ ਕਿਹਾ ਜੀ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣਾ ਨਮਾਜ਼ ਅਦਾ ਕਰਨਾ ਜੀ, ਤੇ ਉੱਥੇ ਫਿਰ ਕੰਡੀਸ਼ਨਾਂ ਲਾਤੀਆਂ। ਅੱਛਾ ਜੀ। ਕਹਿੰਦੇ ਜੀ ਤੁਹਾਡਾ ਜਿਹੜਾ ਮਰਕਜ਼ ਹੈ, ਕੇਂਦਰ ਥੋੜਾ ਛੋਟਾ ਹੈ, ਸਿਰਫ ਤੇ ਸਿਰਫ 200 ਬੰਦਿਆਂ ਨੂੰ ਨਮਾਜ਼ ਦੀ ਇਜਾਜ਼ਤ ਹੈ। ਸਿਰਫ ਨਹੀਂ, ਇੱਥੇ ਖੜ ਜਾਓ 200 ਟੋਟਲ ਹੋਣਗੇ ਤੇ 20 ਬੰਦਿਆਂ ਤੋਂ ਵੱਧ ਜਾ ਨਹੀਂ ਸਕਦਾ। ਅੱਛਾ ਜੀ। ਜਦੋਂ ਐਂਟਰੀ ਹੋਣੀ ਹੈ ਸਿਰਫ 20 ਬੰਦੇ ਜਾਣਗੇ, 20 ਨਮਾਜ਼ ਅਦਾ ਕਰ ਆਉਣਗੇ ਤੇ ਫਿਰ ਅਗਲੀ ਟੋਲੀ। ਇਸ ਢੰਗ ਦੇ ਨਾਲ ਇਹ ਮਾਮਲਾ ਅਦਾਲਤ ਚਲਾ ਗਿਆ। ਅਦਾਲਤ ਦੇ ਵਿੱਚ ਜਦੋਂ ਵਕੀਲਾਂ ਨੇ ਗੱਲ ਕੀਤੀ ਤੇ ਅਦਾਲਤ ਨੇ ਕੁਐਰੀ ਪਾਈ ਹੈ। ਅੱਛਾ। ਉਹਨਾਂ ਨੇ ਸਵਾਲ ਕੀਤਾ ਅਦਾਲਤ ਨੇ ਵੀ ਫਿਰ ਇਹ ਦੱਸੋ ਇੱਥੇ ਤਾਂ ਤੁਸੀਂ ਇਹਨਾਂ ਤੇ ਲਾਤੀ ਬੰਦਸ਼। ਹਾਂਜੀ। ਤੇ ਕੁੰਭ ਦੇ ਮੇਲੇ ਤੇ ਕੀ ਹੈ ਵੀ? ਹਾਂ, ਉੱਥੇ ਦੱਸੋ। ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਬੰਦੇ ਤੁਰੇ ਫਿਰਦੇ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਕੋਈ ਲਾਈਨ ਨਹੀਂ ਦੇਣੀ। ਇਹ ਜਿਹੜਾ ਸਵਾਲ ਸੀ, ਇਸ ਸਵਾਲ ਦਾ ਜਵਾਬ ਤਾਂ ਕਾਨੂੰਨੀ ਤੌਰ ਤੇ ਕਾਨੂੰਨੀ ਮਾਹਰਾਂ ਨੇ ਦੇਣਾ ਸੀ। ਉਹ ਤਾਂ ਜੇ ਉਹਨਾਂ ਦਾ ਪਤਾ ਨਹੀਂ ਕੀ ਜਵਾਬ ਦੇਣਗੇ ਜਿਹੜੀ ਕੁਐਰੀ ਅਦਾਲਤ ਨੇ ਕੀਤੀ ਸੀ। ਲੇਕਿਨ ਰਾਵਤ ਸਾਹਿਬ ਕਿਉਂਕਿ ਪਹਿਲੇ ਬੋਲ ਪਏ, ਉਹ RSS ਵਾਲੀ ਗੱਲ ਜਿਹੜੀ ਹੈਗੀ ਫਿਰ ਉਹ ਬੋਲਣ ਟਿਕਣ ਨਹੀਂ ਦਿੰਦੀ। ਉਹਨਾਂ ਨੇ ਕਹਿ ਦਿੱਤਾ ਜੀ ਵੀ ਇਹ ਕੰਪੇਅਰ ਨਹੀਂ ਕੀਤਾ ਜਾ ਸਕਦਾ, ਮੁਕਾਬਲੇਬਾਜ਼ੀ ਨਹੀਂ ਕੀਤੀ ਜਾ ਸਕਦੀ। ਇਹ ਤਾਂ ਕਹਿੰਦੇ ਜੀ ਇਹ ਤਾਂ ਪਵਿੱਤਰ ਹੈ ਜੀ, ਸਾਡੀ ਗੰਗਾ ਪਵਿੱਤਰ ਹੈ। ਉਹਨਾਂ ਦਾ ਮਰਕਜ਼ ਜਿਹੜਾ ਹੈਗਾ ਉਹ ਜਹਾਦ ਹੈ। ਦੱਸੋ ਇਹ ਕਿਵੇਂ? ਆਹੀ ਤਾਂ ਵਿਤਕਰੇਬਾਜ਼ੀ ਹੈ। ਇਹ ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਅਦਾਲਤ ਦੇ ਖਿਲਾਫ ਲੋਕ ਪ੍ਰੋਟੈਸਟ ਕਰਨਗੇ, ਜੇ ਹੁਣ ਆਹ ਕੁਝ ਹੋਊਗਾ ਤੇ ਅਦਾਲਤ ਉਹ ਵੀ ਇੱਕ ਹੋਰ ਜਾਣਗੇ, ਫਿਰ ਇਹ ਵੀ ਕੁਝ ਹੋਊਗਾ। ਜੇ ਘੱਟ ਗਿਣਤੀਆਂ ਦੇ ਨਾਲ ਦੂਜੇ ਧਰਮਾਂ ਵਾਲਿਆਂ ਨੂੰ ਅਸੀਂ ਇਸ ਤਰ੍ਹਾਂ ਇਗਨੋਰ ਕਰਾਂਗੇ ਤਾਂ ਇਹਦਾ ਮਤਲਬ ਹੈ ਕਿ ਲੋਕਾਂ ਨੂੰ ਅਸੀਂ ਆਪਣੇ ਆਪ ਹੀ ਦੂਜੇ ਪਾਸੇ ਤੋਰਾਂਗੇ, ਫਿਰ ਉਹ ਬਾਗੀ ਹੋਣਗੇ ਜੀ। ਢਿੱਲੋਂ ਸਾਹਿਬ, ਵੈਸੇ ਗੱਲ ਉਹੀ ਆ ਗਈ ਕਿ ਕਨਸਟੀਟਿਊਸ਼ਨ ਦਾ ਜਿਹੜਾ ਨਾ, ਜਿਵੇਂ ਕਹਿੰਦੇ ਸੀ ਨਾ ਅਸੀਂ ਬਦਲਾਂਗੇ ਕਨਸਟੀਟਿਊਸ਼ਨ, ਇਹਨਾਂ ਨੇ ਨਾ ਬਦਲਿਆ। ਜਿਹੜਾ ਨਾ ਕਹਿੰਦੇ ਹੁੰਦੇ ਗੱਲੀ ਬਾਤੀ ਸਾਰਾ ਕੁਝ ਹੀ ਕਰਤਾ, ਅਮਲ ਦੇ ਵਿੱਚ ਬਦਲਤਾ, ਅਮਲ 'ਚ ਬਦਲਤਾ। ਬਾਕੀ ਮਤਲਬ ਉਵੇਂ ਵੀ ਉਤਲਾ ਕਵਰ ਉਹੀ ਰੱਖ ਲਿਆ, ਬਸ ਵਿੱਚ ਬਦਲਤੀਆਂ। ਜਿਵੇਂ ਅਮਿਤ ਸ਼ਾਹ ਨੇ ਕਿਹਾ ਸੀ ਇਹਨਾਂ ਨੂੰ, ਕਿਸਾਨਾਂ ਨੂੰ, ਕਿ ਡੱਬਾ ਸਾਡੇ ਕੋਲੇ ਰਹਿਣ ਦਿਓ, ਬਾਕੀ ਸਾਰਾ ਕੁਝ ਬਦਲ ਦਿਓ। ਡੱਬਾ ਉਹੀ ਹੈ ਬਸ। ਡੱਬਾ ਭਾਰਤੀ ਸੰਵਿਧਾਨ ਵਾਲਾ ਹੀ ਹੈ, ਬਾਕੀ ਉਹ ਵਿੱਚੋਂ ਆਪਦਾ ਬਦਲੀ ਜਾਂਦੇ ਸਾਰਾ ਕੰਮ ਅਮਲੀ ਤੌਰ ਤੇ। ਤੇ ਢਿੱਲੋਂ ਸਾਹਿਬ, ਕੂਚ ਬਿਹਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਕਿਹਨੇ ਵਾਅਦਾ ਕੀਤਾ ਜੀ? ਇਹ ਦੇਖੋ ਜੀ, ਮਮਤਾ ਬੈਨਰਜੀ ਨੇ ਗੱਲ ਕਹੀ ਹੈ। ਮਮਤਾ ਬੈਨਰਜੀ ਨੂੰ ਜਾਣ ਨਹੀਂ ਦਿੱਤਾ ਸੀ। ਘੰਟਿਆਂ ਦਾ ਬੈਨ ਲਾਤਾ ਸੀ। ਕੂਚ ਬਿਹਾਰ ਦੇ ਵਿੱਚ 5 ਬੰਦੇ ਮਾਰੇ ਗਏ ਸੀ ਜੀ। ਮਾਰੇ ਸੀ CISF ਵਾਲਿਆਂ ਨੇ। ਆਪਾਂ ਬਹੁਤ ਡਿਟੇਲ ਨਾਲ ਉੱਤੇ ਪਹਿਲਾਂ ਡਿਸਕਸ ਕਰ ਬਿਲਕੁਲ। ਹੁਣ 72 ਘੰਟਿਆਂ ਬਾਅਦ ਜਦੋਂ ਬੀਬੀ ਉੱਥੇ ਗਈ ਜੀ, ਪਹਿਲਾਂ ਤਾਂ ਉਹਨੇ ਟੈਲੀਫੋਨ ਤੇ ਗੱਲ ਕੀਤੀ, ਉਹਨਾਂ ਆਪਣੇ ਵਰਕਰਾਂ ਦੇ ਨਾਲ। ਹੁਣ ਉਹ ਗਈ, ਜਾ ਕੇ ਲੋਕਾਂ ਨੂੰ ਮਿਲੀ ਹੈ ਔਰ ਲੋਕਾਂ ਨੇ ਆਪਣੇ ਦੁੱਖੜੇ ਉਹਨਾਂ ਦੇ ਕੋਲੇ ਰੋਏ। ਫਿਰ ਉਹਨਾਂ ਨੇ ਕਿਹਾ ਜੀ ਮੈਂ ਇਹਦੀ ਪੜਤਾਲ ਕਰਵਾ ਰਹੀ ਹੈ ਜੀ। ਸਰਕਾਰ ਆਪਣੀ ਹੈਗੀ ਹੈ, ਉਮੀਦ ਉਹਨਾਂ ਨੂੰ ਇਹ ਹੈ ਕਿ ਸਰਕਾਰ ਸਾਡੀ ਫੇਰ ਦੁਬਾਰਾ ਬਣੂਗੀ, ਰਿਪੀਟ ਕਰੂਗੀ। ਔਰ ਜੋ ਰਿਪੋਰਟਾਂ ਆ ਰਹੀਆਂ ਉਹ ਵੀ ਇਹੀ ਆ ਰਹੀਆਂ ਕਿ ਭਾਵੇਂ ਠੀਕ ਹੈ ਭਾਰਤੀ ਜਨਤਾ ਪਾਰਟੀ ਮਜ਼ਬੂਤ ਜ਼ਰੂਰ ਹੋਊਗੀ ਅੱਗੇ ਨਾਲੋਂ ਜ਼ਿਆਦਾ, ਪਰ ਸਰਕਾਰ ਉੱਥੇ ਜਿਹੜੇ ਹੈਗੇ ਆ ਰਿਪੀਟ ਕਰਨ ਦੇ ਚਾਂਸਸ ਹੈਗੇ ਆ। ਤੇ ਉਹਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ ਜੀ, ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਊਗੀ। ਅਸੀਂ ਇਹਦੀ ਬਕਾਇਦਾ ਪੜਤਾਲ ਕਰਾਵਾਂਗੇ ਔਰ ਉਹਦੀ ਮੇਰੇ ਖਿਆਲ CID ਦੀ ਉਹਨਾਂ ਨੇ ਇਨਕੁਆਇਰੀ ਦਾ ਹੁਕਮ ਵੀ ਦਿੱਤਾ ਜੀ, ਕਿਉਂਕਿ ਭਾਵੇਂ ਉੱਥੇ ਚੋਣ ਜਾਬਤਾ ਲੱਗਿਆ ਹੋਇਆ ਪਰ ਨਹੀਂ, ਸਰਕਾਰ ਤਾਂ ਸਰਕਾਰ ਹੈ। ਜੇ ਸਰਕਾਰ ਦੇ ਸਾਹਮਣੇ ਕੋਈ ਮਾਮਲਾ ਆਉਂਦਾ ਤਾਂ ਸਰਕਾਰ ਦੇ ਵਿਚਾਰ ਵਾਸਤੇ ਤਾਂ ਸਰਕਾਰ ਉਹਦੇ ਤੇ ਆਪਣੀ ਵਿਵੇਕ ਦੇ ਮੁਤਾਬਕ ਫੈਸਲਾ ਲੈ ਸਕਦੀ ਹੈ। ਉਹਨਾਂ ਨੇ ਇਹ ਫੈਸਲਾ ਲੈ ਲਿਆ। ਹੁਣ ਵੱਡੀ ਗੱਲ ਇਹ ਹੈ ਵੀ ਜੇ ਤਾਂ ਮਮਤਾ ਬੈਨਰਜੀ ਦੀ ਸਰਕਾਰ ਰਿਪੀਟ ਕਰ ਗਈ ਫਿਰ ਤਾਂ ਜੋ ਕੁਝ ਉਹਨੇ ਕਿਹਾ, ਕਿਉਂਕਿ ਜੋ ਕੁਝ ਕਹਿੰਦੀ ਹੈ ਕਰਕੇ ਦਿਖਾਉਂਦੀ ਹੈ ਜੀ। ਔਰ ਇਹੀ ਕਾਰਨ ਹੈ ਕਿ ਲੋਕ ਉਹਨੂੰ ਜਿਹੜਾ ਹੈਗਾ ਮਾਨਤਾ ਦਿੰਦੇ ਆ, ਲੋਕ ਉਹਦੇ ਨਾਲ ਖੜੇ ਹੈ। ਅੱਜ ਮੈਂ ਇੱਕ ਤੁਹਾਡੀ NDTV ਵਾਲਿਆਂ ਦਾ ਮਨੋਰੰਜਨ ਭਾਰਤੀ ਬੜਾ ਸੀਨੀਅਰ ਰਿਪੋਰਟਰ ਹੈ, ਬਾਬੇ ਦਾ ਢਾਬਾ। ਉਹ ਆਪਦਾ ਢਾਬਾ ਹਰੇਕ ਥਾਂ ਹੀ ਖੋਲ ਲੈਂਦਾ ਇੱਥੇ ਚੋਣਾਂ ਹੁੰਦੀਆਂ। ਅੱਛਾ ਜੀ। ਅੱਜ ਪ੍ਰੈਸ ਕਲੱਬ ਦੇ ਵਿੱਚ ਉਹਨੇ ਆਪਣਾ ਢਾਬਾ ਖੋਲਿਆ ਹੋਇਆ ਸੀ। ਅੱਛਾ ਜੀ। ਔਰ ਪ੍ਰੈਸ ਕਲੱਬ ਦੇ ਵਿੱਚ ਕਿਉਂਕਿ ਹੁਣ ਇਸ ਵੇਲੇ ਵਰਨਿੰਗ ਬੰਗਾਲ ਹੈਗਾ,
ਟੌਪਿਕ ਬਿਲਕੁਲ। ਔਰ ਉੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਆਏ ਹੋਏ ਹੈ ਰਿਪੋਰਟਰ ਜੀ। ਔਰ ਬੰਗਾਲ ਦੇ ਰਿਪੋਰਟਰਾਂ ਨਾਲ ਵੀ ਗੱਲ ਕੀਤੀ ਉਹਨੇ, ਬਾਹਰਲੇ ਰਿਪੋਰਟਰਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਜਾ ਕੇ ਦੇਖਿਆ ਸਭ ਦਾ ਪ੍ਰਭਾਵ ਇਹ ਬਣਦਾ ਜੀ ਕਿ ਵੀਕਰ ਤੇ ਮਿਡਲ ਕਲਾਸ ਜਿਹੜਾ ਹੈਗਾ ਉਹ ਇਹਨਾਂ ਦੇ ਨਾਲ ਹੈ, ਬੀਬੀ ਬੈਨਰਜੀ ਦੇ ਨਾਲ। ਚਲੋ ਸਭ ਜਿਵੇਂ ਤੁਸੀਂ ਆਖਿਆ ਕਿ ਵੀਕਰ ਸੈਕਸ਼ਨ ਇਹ ਸਾਰਾ ਕੁਝ ਹੈਗਾ, ਪਰ ਤਾਂ ਦੰਦ ਭੇੜ ਤਾਮ ਜਿਵੇਂ ਕਹਿੰਦੇ ਹੋਏ ਇਹ ਤਾਂ ਇਹ ਪੂਰਾ ਲੱਗੇ ਹੋਏ ਨੇ ਹਰ ਚੀਜ਼ ਦੇ। ਸਾਮ ਦੰਦ ਭੇਦ ਸਭ ਤਾਂ ਕਰ ਰਹੇ ਹਾਂ ਉਹ ਕਰ ਰਹੇ, ਕੋਈ ਸ਼ੱਕ ਨਹੀਂ, ਉਹ ਕਰ ਰਹੇ, ਲੱਗੇ ਹੋਏ ਇਸ ਗੱਲ ਦੇ ਉੱਤੇ ਜੀ। ਪਰ ਇਹਦੇ ਬਾਵਜੂਦ ਵੀ ਕਿਉਂਕਿ ਜੇ ਲੋਕਾਂ ਦਾ ਸਮਰਥਨ ਹੋਵੇ ਜੀ, ਇਹ ਹੋ ਸਕਦਾ ਮੇਰੇ ਖਿਆਲ ਮੁਤਾਬਕ ਕਿ ਜੇ ਤਾਂ 200 ਤੋਂ ਪਾਰ ਆ ਗਈ ਫਿਰ ਤਾਂ ਉਹਨੂੰ ਕੋਈ ਖਤਰਾ ਨਹੀਂ ਜੀ। ਜੇ ਉਹ ਇੱਕ ਵਾਰੀ ਸਰਕਾਰ ਬਣਾ ਗਈ ਤਾਂ ਸਰਕਾਰ ਭਾਵੇਂ ਜੇ ਥੋੜੀ ਮੈਜੋਰਿਟੀ ਤੇ ਬਣੀ ਤਾਂ ਪਾਏਦਾਰ ਨਹੀਂ ਰਹਿ ਸਕਦੀ। ਇਹਨਾਂ ਨੇ ਫਿਰ ਉਹੀ ਕੁਝ ਕਰਨਾ ਜੋ ਇਹਨਾਂ ਨੇ ਮੱਧ ਪ੍ਰਦੇਸ਼ ਕੀਤਾ ਸੀ, ਜੋ ਗੋਆ 'ਚ ਕੀਤਾ ਸੀ। ਇੱਕ ਹੋਰ ਪੋਲੀਟੀਕਲ ਸਰਜੀਕਲ ਸਟ੍ਰਾਈਕ ਹੈ ਜਿਹੜੀ ਉਹ ਕਰ ਦੇਣਗੇ ਉੱਥੇ। ਜੀ ਅੱਛਾ ਢਿੱਲੋਂ ਸਾਹਿਬ, ਜਾਣ ਤੋਂ ਪਹਿਲਾਂ ਆਪਾਂ ਥੋੜੀ ਗੱਲਬਾਤ ਕਰ ਲਈਏ। ਬਠਿੰਡੇ 'ਚ ਮੇਅਰ ਦੀ ਚੋਣ ਹੋਈ ਹੈ, ਬੜੀਆਂ ਚਰਚਾਵਾਂ ਸੀ, ਕੁਛ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ, ਤੇ ਜਿਹੜੇ ਪੁਰਾਣੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਚਰਚਾ ਸੀ, ਜਗਰੂਪ ਸਿੰਘ ਗਿੱਲ ਹੋਰੀ, ਉਹਨਾਂ ਨੇ ਬਿਆਨ ਜਿਹੜਾ ਪ੍ਰੈਸ ਨੂੰ ਦਿੱਤਾ ਹੈ, ਕਹਿੰਦੇ ਮੇਰੀ ਭਰੂਣ ਹੱਤਿਆ ਕੀਤੀ ਗਈ ਹੈ। ਦੇਖੋ ਜਗਰੂਪ ਸਿੰਘ ਗਿੱਲ ਜਿਹੜੇ ਹੈਗੇ ਹੈ ਬੜੇ ਸੀਨੀਅਰ ਕਾਂਗਰਸ ਦੇ ਲੀਡਰ ਹੈ ਜੀ, ਔਰ ਜੇ ਅਸੀਂ ਦੇਖੀਏ ਤਾਂ ਉਹ 7ਵੀਂ ਵਾਰੀ ਕਾਉਂਸਲਰ ਬਣੇ ਜੀ। ਅਕਾਲੀ ਭਾਜਪਾ ਹਕੂਮਤ ਦੇ ਦੌਰਾਨ ਜੀ ਬਹੁਤ ਸੀਨੀਅਰ ਅਫਸਰ ਉਹਨਾਂ ਨੂੰ ਉਸ ਵੇਲੇ ਜੀ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿੱਕਾ ਚੱਲਦਾ ਹੁੰਦਾ ਸੀ, ਜਿਹੜੀ ਪਿਛਲੀ ਇਲੈਕਸ਼ਨ ਅਸੀਂ ਉਹ ਦੇਖੀ, ਆਪਾਂ ਖੜ ਕੇ ਦੇਖੀ ਉੱਥੇ ਉਹਦੇ ਪੋਲਿੰਗ ਦੇ ਵਿੱਚ, ਉਸ ਵੇਲੇ ਜੋਗਿੰਦਰ ਸਿੰਘ ਗੋਲੂ ਜੀ ਤੇ ਚਮੇਲੀ ਇਹ ਦੋ ਬੰਦੇ ਹਰਾਉਣਾ ਲੰਬੀ ਦੇ ਵਿੱਚੋਂ ਮਤਲਬ ਜਿਹੜੇ ਹੈਗੇ ਉਹਨਾਂ ਬੰਦਿਆਂ ਦੀ ਡਿਊਟੀ ਨਾ ਹੋਣ ਦੇ ਬਾਵਜੂਦ ਆਫ ਦੀ ਰਿਕਾਰਡ ਉਹਨਾਂ ਦੀ ਡਿਊਟੀ ਲਾਈ ਸੀ। ਉਹ ਫੋਰਸ ਲੈ ਕੇ ਆਏ ਸੀ। ਗੁਲਜ਼ਾਰ ਸਿੰਘ ਰਣੀਕੇ ਜਿਹੜਾ ਪਸ਼ੂ ਪਾਲਣ ਮਿਨਿਸਟਰ ਹੁੰਦਾ ਸੀ, ਉਹ ਮੌਕੇ ਤੇ ਖੜਾ ਸੀ ਕਿ ਇਹਨੂੰ ਹਰਾਇਆ ਜਾਵੇ, ਕਿਸੇ ਤਰੀਕੇ ਬੂਥ ਤੇ ਕਬਜ਼ਾ ਕੀਤਾ ਜਾਵੇ, ਲੇਕਿਨ ਉਹਦੇ ਲੋਕਾਂ ਦੀ ਹਮਾਇਤ ਦੀ ਵਜ੍ਹਾ ਕਾਰਨ ਉਹ ਨਹੀਂ ਸੀ, ਉਹਨੂੰ ਕੀਤਾ ਗਿਆ। ਪਿਛਲੀ ਵਾਰੀ ਉਹ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਰਿਹਾ, ਉਹ ਤੋਂ ਪਹਿਲਾਂ ਉਹ ਨਗਰ ਕੌਂਸਲ ਦਾ ਪ੍ਰਧਾਨ ਵੀ ਰਿਹਾ। ਫਿਰ ਉਹ ਐਤਕੀ ਉਹਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਵੀ ਬਣਾਤਾ ਸੀ। ਔਰ ਜਿੱਦਣ ਉਹਨੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫਾ ਦਿੱਤਾ, ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਬਕਾਇਦਾ, ਤੇ ਉਹਨੇ ਉਦੋਂ ਉਚੇਚੇ ਤੌਰ ਦੇ ਉੱਤੇ ਕਿਹਾ ਸੀ ਕਿ ਮੈਨੂੰ ਸਾਡੇ ਵਿੱਤ ਮੰਤਰੀ ਜਿਹੜੇ ਬਠਿੰਡੇ ਦੀ ਨੁਮਾਇੰਦਗੀ ਕਰਦੇ ਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ, ਉਹਨਾਂ ਨੇ ਕਿਹਾ ਕਿ ਤੁਹਾਡੀ ਲੋੜ ਹੈ, ਤੁਸੀਂ ਆਓ ਤੇ ਆਪਣੇ ਤੇ ਬਹੁਤ ਵੱਡਾ ਇੱਕ ਸੰਕਟ ਹੈ। ਤੇ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਕਿ ਮਿਊਨਿਸਪਲ ਕਮੇਟੀ ਜਦੋਂ ਤੋਂ ਬਣੀ ਹੈ ਕਿਤੇ 50 ਸਾਲ ਪਹਿਲਾਂ, ਉਦੋਂ ਬਠਿੰਡੇ ਦੇ ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦਾ ਸੀ, ਉਸ ਤੋਂ ਬਾਅਦ ਕਦੇ ਕਹਿੰਦੇ 53 ਸਾਲਾਂ ਬਾਅਦ ਬਣਿਆ। 53 ਸਾਲ ਵੈਸੇ ਜੇ ਆਪਾਂ ਮੇਅਰ ਵਾਲੀ ਗੱਲ ਦੇਖੀਏ ਤਾਂ ਮੇਅਰ ਤਾਂ ਬਣਿਆ ਹੀ ਤੀਜੀ ਵਾਰੀ ਆ। ਉਦੋਂ ਚਲੋ ਪ੍ਰਧਾਨ ਦੀ ਗੱਲ ਕਰ ਲਓ, ਪ੍ਰਧਾਨ ਦੀ ਗੱਲ ਕਰੀਏ ਉਦੋਂ ਹੈ ਪਰ ਉਹਦੇ 'ਚ ਉਹ ਕਹਿੰਦੇ ਵੀ ਐਤਕੀ ਅਸੀਂ ਕੁਛ ਕਰਕੇ ਦਿਖਾਉਣੇ। ਰੇਲਵੇ ਪਾਰ ਤੋਂ ਇਲਾਕੇ ਦੇ ਵਿੱਚ ਜਿਹੜਾ ਉਹਨਾਂ ਦਾ ਬਹੁਤ ਵਧੀਆ ਅਸਰ ਸੂਕ ਹੈ, ਅੱਧੀ ਆਬਾਦੀ ਹੈ ਰੇਲੋ ਪਾਰ ਦੀ। ਹਾਂ ਬਿਲਕੁਲ, ਉਧਰ ਸਗੋਂ ਸੰਘਣੀ ਆਬਾਦੀ ਹੈ, ਉੱਥੇ ਉਹਨਾਂ ਦਾ ਬਹੁਤ ਅਸਰ ਸੂਕ ਹੈ। ਉਹਨੇ ਆਪ ਵੀ ਇਲੈਕਸ਼ਨ ਲੜੀ, ਜਿਹੜੇ ਦੂਜੇ ਬੰਦੇ ਸੀ ਉਹਨਾਂ ਵਾਸਤੇ ਵੀ ਕੰਮ ਕੀਤਾ, ਜਿਤਵਾਇਆ ਵੀ। ਇੱਥੋਂ ਤੱਕ ਕਿ ਜਿਹੜੇ ਹੈਗੇ ਤੁਹਾਡੇ ਪਰਲੇ ਪਾਸੇ ਅਸੀਂ ਜਿਹੜੇ ਪਹਿਲੇ ਵਾਰਡ ਹੈ, 1 ਨੰਬਰ 2 ਨੰਬਰ ਵਾਰਡ, 1 ਨੰਬਰ ਵਾਰਡ ਦੇ ਵਿੱਚ ਤਾਂ ਕਾਂਗਰਸ ਹਾਰ ਗਈ, ਲੇਕਿਨ 2 ਨੰਬਰ ਵਾਰਡ 3 ਨੰਬਰ ਵਾਰਡ ਇਹਨਾਂ ਵਾਰਡਾਂ ਦੇ ਵਿੱਚ ਜਿੱਥੇ ਜਿੱਤ ਪ੍ਰਾਪਤ ਹੋਈ ਹੈ ਉਹਦੇ ਵਿੱਚ ਵੀ ਉਹਦਾ ਕਾਫੀ ਅਸਰ ਸੂਖ ਹੈ। ਉਮੀਦ ਸੀ ਕਿ ਉਹਨਾਂ ਨੂੰ ਬਣਾਇਆ ਜਾਊਗਾ, ਲੇਕਿਨ ਇੱਥੇ ਹੁਣ ਜਿਹੜੇ ਜਿਹਨੂੰ ਮੇਅਰ ਬਣਾਇਆ ਗਿਆ ਉਹ ਇੱਕ ਲੇਡੀ ਹੈ ਜੀ, ਔਰ ਉਹਦਾ ਹਸਬੈਂਡ ਜਿਹੜਾ ਹੈਗਾ ਉਹ ਠੇਕੇਦਾਰ ਹੈ, ਸ਼ਰਾਬ ਦਾ ਕਾਰੋਬਾਰੀ। ਹਾਂ ਸ਼ਰਾਬ ਦਾ ਕਾਰੋਬਾਰੀ ਹੈ। ਉਹਨੂੰ ਮੇਅਰ ਬਣਾਇਆ ਤੇ ਜਿਹੜਾ ਸੀਨੀਅਰ ਡਿਪਟੀ ਮੇਅਰ ਹੈ ਉਹ ਬਣਾਇਆ ਅਸ਼ੋਕ ਕੁਮਾਰ ਨੂੰ ਜੀ। ਅਸ਼ੋਕ ਕੁਮਾਰ ਬਾਰੇ ਲੋਕ ਜੋ ਕੁਝ ਕਹੀ ਜਾਂਦੇ, ਲੇਕਿਨ ਮੈਂ ਉਹਦੇ ਤੋਂ ਮੈਨੂੰ ਤਸੱਲੀ ਹੈ ਵੀ ਉਹ ਘੱਟੋ ਟਕਸਾਲੀ ਵਰਕਰ ਹੈ। ਉਹ ਬੰਦੇ ਨੇ ਦਰੀਆਂ ਵੀ ਵਿਛਾਈਆਂ, ਉਹਨੇ ਪੱਟੀਆਂ ਵੀ ਵਿਛਾਈਆਂ, ਉਹਨੇ ਗ੍ਰਾਸ ਰੂਟ ਲੈਵਲ ਤੇ ਕੰਮ ਕੀਤਾ। ਇੱਕ ਵਰਕਰ ਤੋਂ ਚੱਲ ਕੇ ਉਹ ਯੂਥ ਕਾਂਗਰਸ ਦੇ ਵਰਕਰ ਤੋਂ ਸ਼ੁਰੂ ਹੋਇਆ। ਉਸ ਵੇਲੇ ਜਦੋਂ ਸਮਝ ਲਓ ਤੁਸੀਂ ਪੰਜਾਬ ਦਾ ਬੁਰਾ ਸਮਾਂ ਸੀ, ਬੇਅੰਤ ਸਿੰਘ ਦੀ ਸਰਕਾਰ ਹੁੰਦੀ ਸੀ, ਸਰਕਾਰ ਤੋਂ ਪਹਿਲਾਂ ਉਹਨੇ ਯੂਥ ਕਾਂਗਰਸ ਦਾ ਝੰਡਾ ਇੱਥੇ ਬੁਲੰਦ ਕੀਤਾ ਹੋਇਆ ਜੀ ਜੀ। ਔਰ ਫਿਰ ਉਹ ਬੰਦਾ ਇੱਕ ਵਰਕਰ ਬਣਦਾ, ਵਰਕਰ ਤੋਂ ਬਾਅਦ ਉਹ ਸਿਟੀ ਦਾ ਪ੍ਰਧਾਨ ਬਣਦਾ ਹੈ। ਸਿਟੀ ਦਾ ਪ੍ਰਧਾਨ ਬਣ ਕੇ ਉਹ ਜੇ ਹੁਣ ਇਹ ਵੀ ਗੱਲ ਆ ਰਹੀ ਹੈ ਕਿ ਹੁਣ ਇੱਥੇ 2-3 ਦਿਨ ਪਹਿਲਾਂ ਇੱਕ ਕੰਪੇਨ ਚੱਲੀ ਸੀ ਜੀ, ਕੱਲ ਵੀ ਆਪਾਂ ਜ਼ਿਕਰ ਕੰਪੇਨ ਕੀਤੀ ਸੀ ਕਿ ਜੀ ਜਿਹੜਾ ਹਿੰਦੂ ਚਿਹਰਾ ਚਾਹੀਦਾ। ਪਹਿਲੀ ਗੱਲ ਤਾਂ ਜਿਹੜੀ ਬਠਿੰਡੇ ਦੀ ਆਪਾਂ ਤਨਾਸਬ ਦੇਖੀਏ ਤਾਂ ਬਠਿੰਡੇ 'ਚ ਆਬਾਦੀ ਸਿੱਖਾਂ ਦੀ ਤੇ ਹਿੰਦੂਆਂ ਦੀ ਬਰਾਬਰ ਹੈ। ਦੂਜੀ ਗੱਲ ਹੈ ਕਿ ਇੱਥੋਂ ਦਾ ਹਿੰਦੂ ਕਮਿਊਨਲ ਹਿੰਦੂ ਨਹੀਂ ਹੈਗਾ, ਹਿੰਦੂਆਂ ਦੀ ਬਿਲਕੁਲ ਹੀ ਡਿਮਾਂਡ ਹੈ ਨਹੀਂ ਕਿ ਕੀ ਹੈ। ਜੇ ਇਹ ਡਿਮਾਂਡ ਹੁੰਦੀ ਤਾਂ ਮੈਂ ਤੁਹਾਨੂੰ ਸਮੇਂ ਦੀ ਗੱਲ ਦੱਸਣਾ, ਇਸੇ ਬਠਿੰਡਾ ਸ਼ਹਿਰ ਤੋਂ ਜੀ 1969 ਦੇ ਵਿੱਚ ਸਰਦਾਰ ਤੇਜਾ ਸਿੰਘ ਢਿੱਲੋਂ ਜਿੱਤੇ ਸੀ।
ਉਹ ਅਕਾਲੀ ਦਲ ਦੀ ਟਿਕਟ ਤੇ ਜਿੱਤੇ ਸੀ, ਉਹ ਅਕਾਲੀ ਸੀ ਜੀ। ਸਿੰਘੇ ਵਾਲੇ ਜਿਨ੍ਹਾਂ ਦੀ ਆ ਕੋਠੀ ਹਾਂ, ਸਿਵਲ ਲਾਈਨ ਦੇ ਨਾਲ। ਸਿਵਲ ਲਾਈਨ ਦੇ ਵਿੱਚ ਤੇ ਸਿਵਲ ਲਾਈਨ ਕੱਟਣ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਸਿਵਲ ਲਾਈਨ ਨੂੰ ਹਾਂ ਬਣਾਉਂਦਾ, ਸਿਵਲ ਲਾਈਨ ਜਿਹੜਾ ਸਾਰਾ ਕਟਾਉਣ PWD ਮੰਤਰੀ ਹੁੰਦੇ ਸੀ ਉਦੋਂ ਆਈ ਬਣਾ। ਨਹੀਂ, ਮੇਰਾ ਖਿਆਲ PWD ਮੰਤਰੀ ਨਹੀਂ ਹੁੰਦੇ ਸੀ, ਉਹ ਸੀਗੇ ਹੈਲਥ ਮਿਨਿਸਟਰ, ਪਰ ਕੱਟੀ PWD ਨਹੀਂ। PWD ਦੀ ਅਸਰ ਸੂਖ ਵਾਲੇ ਸੀ। ਸਪੀਕਰ ਰਵਿੰਦਰ ਸਿੰਘ ਜਿਹੜੇ ਹੈਗੇ ਬੜੇ ਪਾਵਰਫੁਲ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਵਾਲੇ, ਉਹਨਾਂ ਦੇ ਨਾਲ ਸੀ ਉਹ। ਔਰ ਉਹ ਵੀ ਇੱਥੋਂ ਬਣੇ। ਫਿਰ ਅਸੀਂ ਦੇਖੀਏ ਮਨਪ੍ਰੀਤ ਸਿੰਘ ਬਾਦਲ ਇੱਕ ਸਿੱਖ ਹੈ ਜੀ, ਤੇ ਜੇ ਮਨਪ੍ਰੀਤ ਸਿੰਘ ਬਾਦਲ ਚੰਗੀ ਵੋਟ ਨਾਲ ਇੱਥੋਂ ਬਣਦਾ ਹੈ ਤੇ ਫਿਰ ਤਾਂ ਗੱਲ ਹੀ ਖਤਮ। ਗੱਲ ਹੀ ਜੇ ਚਲੋ ਮੰਨ ਲਓ, ਹੁਣ ਇਹ ਜਿਹੜੀ ਆਪਾਂ ਵੀਡੀਓ ਦੇਖੇ, ਉਸ ਵੀਡੀਓ ਦੇ ਵਿੱਚ ਵੀ ਗੱਲ ਆਈ ਹੈ ਕਿ ਜੇ ਬਣਾਉਣਾ ਹੀ ਸੀ, ਹਿੰਦੂਆਂ ਚੋਂ ਵੀ ਬਣਾਉਣਾ ਸੀ, ਤੇ ਫਿਰ ਜਿਹੜੇ ਅਸ਼ੋਕ ਕੁਮਾਰ ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਬਣਾਏ, ਉਹ ਮੇਅਰ ਵੀ ਬਣ ਸਕਦੇ। ਇਹ ਰਿਜ਼ਰਵ ਤਾਂ ਹੈ ਹੀ ਨਹੀਂ ਸੀ ਸੀਟ। ਨਹੀਂ, ਰਿਜ਼ਰਵ ਨਹੀਂ ਸੀ, ਨਹੀਂ ਰਿਜ਼ਰਵ ਨਹੀਂ ਸੀ, ਪਰ ਰਿਜ਼ਰਵ ਵਾਲੀ ਗੱਲ ਹੀ ਨਹੀਂ ਸੀ। ਇਹ ਰਿਜ਼ੈਂਟਮੈਂਟ ਜਿਹੜੀ ਹੈਗੀ ਹੈ, ਸ਼ਾਇਦ ਕਾਂਗਰਸ ਦੇ ਵਿੱਚ ਤਾਂ ਨਾ ਹੋਵੇ, ਆਮ ਲੋਕਾਂ ਦੇ ਵਿੱਚ ਇਹ ਰਿਜ਼ੈਂਟਮੈਂਟ ਕਾਫੀ ਹੈ ਜੀ। ਕਈ ਚੀਜ਼ਾਂ ਇਹੋ ਜਿਹੀਆਂ ਵੀ ਹੋ ਰਹੀਆਂ, ਉਹ ਕਹਿੰਦੇ ਵੀ ਹੁਣ ਖੈਰ ਨਹੀਂ ਬਠਿੰਡੇ ਦੀ ਜੀ। ਇਹ ਚੀਜ਼ਾਂ ਕਾਫੀ ਨਿਕਲ ਕੇ ਆ ਰਹੀਆਂ। ਵੈਸੇ ਇੱਕ ਦੋ ਦਿਨਾਂ ਤੱਕ ਸਥਿਤੀ ਸਪਸ਼ਟ ਹੋ ਜਾਣੀ ਹੈ, ਕਿਉਂਕਿ ਜਗਰੂਪ ਗਿੱਲ ਜਿਹੜੇ ਹੈਗੇ, ਉਹਨਾਂ ਨਾਲ ਅਜੇ ਤੱਕ ਮੁਲਾਕਾਤ ਨਹੀਂ ਹੋਈ। ਅਸਲ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੋਇਆ ਕੀ ਹੈ, ਕੀ ਮਾਮਲਾ ਹੈ, ਇਹ ਪਤਾ ਲੱਗੂ ਉਦੋਂ ਜੀ। ਪਰ ਚਰਚਾ ਇਹਦੀ ਬਹੁਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਢਿੱਲੋਂ ਸਾਹਿਬ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਦਿਓ ਜੀ, ਤੇ ਮੁਲਾਕਾਤ ਹੋਏਗੀ। ਕੋਸ਼ਿਸ਼ ਦਿੱਲੀ ਕੱਲ੍ਹ ਨੂੰ ਮੁਲਾਕਾਤ ਆਪਾਂ ਕਰਾਂਗੇ, ਦਿੱਲੀੋਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਾਂਗੇ। ਸੋ ਮੈਨੂੰ ਸਵਰਨ ਸਿੰਘ ਦਾਨੇਵਾਲੀਆ ਨੂੰ ਤੇ ਸਦਾ ਬਖਤੌਰ ਸਿੰਘ ਢਿੱਲੋਂ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। Shamadan.